ਗੱਲਬਾਤ ਹੋਵੇਗੀ। ਸੀਐਮ ਤੇ ਗਵਰਨਰ ਇੱਕ ਵਾਰ ਮੁੜ ਤੋਂ ਆਮੋ ਸਾਹਮਣੇ ਨੇ। ਇਹ ਆਮੋ ਸਾਹਮਣੇ ਨੇ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਪਰ ਅੱਜ ਚਰਚਾ ਇਸ ਪੁਆਇੰਟ ਦੇ ਉੱਤੇ ਕੇਂਦਰਿਤ ਰੱਖਣ ਦੀ ਕੋਸ਼ਿਸ਼ ਕਰਾਂਗੇ ਕਿ ਜੋ ਲੋਕ ਘਰ ਬੈਠ ਕੇ ਇਸ ਸਮੇਂ ਇਸ ਡਿਬੇਟ ਨੂੰ ਸੁਣ ਰਹੇ ਨੇ, ਉਹਨਾਂ ਦਾ ਕੀ ਨੁਕਸਾਨ ਹੈ, ਉਹਨਾਂ ਦਾ ਕੀ ਫਾਇਦਾ ਹੋ ਰਿਹਾ ਹੈ ਇਸ ਪੂਰੀ ਤਕਰਾਰ ਦੇ ਵਿਚਾਲੇ। ਜੇਕਰ ਕੋਈ ਫਾਇਦਾ ਨਹੀਂ ਹੋ ਰਿਹਾ ਤਾਂ ਕੀ ਨੁਕਸਾਨ ਹੋ ਰਿਹਾ, ਜੇ ਨੁਕਸਾਨ ਨਹੀਂ ਹੋ ਰਿਹਾ ਤਾਂ ਫਾਇਦਾ ਕੀ ਹੋ ਰਿਹਾ, ਜੇ ਦੋਵੇਂ ਨਹੀਂ ਹੋ ਰਹੇ ਤਾਂ ਫਿਰ ਤਕਰਾਰ ਕਿਉਂ ਹੋ ਰਹੀ ਹੈ, ਇਸ ਦੇ ਉੱਤੇ ਗੱਲਬਾਤ ਕਰਾਂਗੇ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਵਿੱਚ। ਸਾਡੇ ਨਾਲ ਮਹਿਮਾਨ ਜੁੜ ਰਹੇ ਨੇ। ਸਾਡੇ ਨਾਲ ਵਿਕਰਮਜੀਤ ਪਾਸੀ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ, ਐਡਵੋਕੇਟ ਨੇ। ਸਰ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਐਡਵੋਕੇਟ ਅਰਸ਼ਦੀਪ ਕਲੇਰ ਜੀ ਜੁੜ ਰਹੇ ਨੇ, ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ, ਸਟੂਡੀਓ ਦੇ ਵਿੱਚ ਮੌਜੂਦ ਨੇ। ਕਲੇਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਐਡਵੋਕੇਟ ਅਰਸ਼ਪ੍ਰੀਤ ਖੜਿਆਲ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਖੜਿਆਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਤੇ ਇਸ ਦੇ ਨਾਲ ਹੀ ਸਾਡੇ ਨਾਲ ਜੈਬੰਸ ਜੀ ਜੁੜ ਰਹੇ ਨੇ, ਭਾਰਤੀ ਜਨਤਾ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਜੈਬੰਸ ਜੀ ਬਹੁਤ ਬਹੁਤ ਸਵਾਗਤ ਹੈ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਸ਼ੁਰੂਆਤ ਆਪਾਂ ਕਰ ਰਹੇ ਹਾਂ ਪਾਸੀ ਸਾਹਿਬ ਤੋਂ, ਸਟੂਡੀਓ ਦੇ ਵਿੱਚ ਮੌਜੂਦ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਪਹਿਲਾ ਸਵਾਲ ਹੈ ਬਹੁਤ ਸਿੱਧਾ ਜਾ, ਹਾਸਲ ਕੀ ਹੋ ਰਿਹਾ ਹੈ ਪਾਸੀ ਸਾਹਿਬ, ਲੋਕਾਂ ਨੂੰ ਸਮਝਾ ਦਿਓ। ਪੁਆਇੰਟ ਨੰਬਰ 2 ਕਿ ਜਿਹੜਾ ਸੀਐਮ ਦੇ ਵੱਲੋਂ ਲੇਟੈਸਟ ਵੀਡੀਓ ਜਾਰੀ ਕੀਤਾ ਗਿਆ, ਉਹ ਵੀ ਜ਼ਰਾ ਦੱਸ ਦਿਓ ਕਿ ਇਹ ਐਪੀਸੋਡ ਸਿਰਫ ਉੱਥੇ ਵਿਧਾਨ ਸਭਾ ਦੇ ਅੰਦਰ ਹੀ ਹੋਇਆ ਸੀ ਜਾਂ ਕਿਤੇ ਹੋਰ ਵੀ ਤੇਰੀ ਸਰਕਾਰ ਮੇਰੀ ਸਰਕਾਰ ਵਾਲਾ ਐਪੀਸੋਡ ਜਾਂ ਕੋਈ ਵੀਡੀਓ ਬਾਕੀ ਹੈ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪੈਨਲਿਸਟ ਨੂੰ ਵੀ, ਤੁਹਾਨੂੰ ਵੀ, ਦਰਸ਼ਕਾਂ ਨੂੰ ਵੀ। ਦੇਖੋ, ਇਹਦੇ 'ਚ ਇਹ ਹੋ ਰਿਹਾ ਹੈ ਕਿ ਗਵਰਨਰ ਸਾਹਿਬ ਜਿਨ੍ਹਾਂ ਦਾ ਅਹੁਦਾ ਸੰਵਿਧਾਨਿਕ ਤੌਰ ਤੇ ਉੱਚ ਅਹੁਦਾ ਹੈ, ਪਰ ਉਹ ਆਪਣੇ ਅਹੁਦੇ ਦੀ ਗਰਿਮਾ ਬਰਕਰਾਰ ਨਹੀਂ ਰੱਖ ਪਾ ਰਹੇ। ਜਿਹੜਾ ਇਹ ਐਪੀਸੋਡ ਹੋਇਆ ਸੀਗਾ, ਇਹ ਤੁਹਾਡੇ ਯਾਦ ਹੋਏਗਾ, ਬਜਟ ਹਰ ਸਟੇਟ ਦੇ ਲਈ ਜ਼ਰੂਰੀ ਹੁੰਦਾ ਹੈ, ਬਜਟ ਸੈਸ਼ਨ ਬੁਲਾਉਣਾ ਸੀ, ਪਰੰਤੂ ਗਵਰਨਰ ਸਾਹਿਬ ਨੇ ਉਸ ਤੇ ਵੀ ਰੁਕਾਵਟ ਲਾਈ। ਉਸ ਤੋਂ ਪਹਿਲਾਂ ਟੀਚਰਸ ਦੇ ਮਸਲੇ ਤੇ ਰੁਕਾਵਟ ਲਾਈ, ਫਿਰ ਸਾਨੂੰ ਮਜਬੂਰਨ ਸੁਪਰੀਮ ਕੋਰਟ ਜਾਣਾ ਪਿਆ। ਜਦੋਂ ਸੁਪਰੀਮ ਕੋਰਟ ਨੇ ਕਿਹਾ ਕਿ ਬਜਟ ਸੈਸ਼ਨ ਉਸੇ ਤਾਰੀਖ ਤੇ ਹੋਵੇਗਾ, ਤਾਂ ਗਵਰਨਰ ਸਾਹਿਬ ਜਦੋਂ ਬਜਟ ਸੈਸ਼ਨ ਦੇ ਨੂੰ ਐਡਰੈਸ ਕਰਨ ਲਈ ਆਏ ਤਾਂ ਉਹਨਾਂ ਨੇ ਪਹਿਲਾਂ ਤਾਂ ਮਾਈ ਗਵਰਨਮੈਂਟ ਵਰਡ ਯੂਜ਼ ਕੀਤਾ, ਮੇਰੀ ਸਰਕਾਰ ਵਰਡ ਯੂਜ਼ ਕੀਤਾ, ਪਰੰਤੂ ਫਿਰ ਵਿਰੋਧੀ ਧਿਰ ਦੇ ਇੱਕ ਦੋ ਲੀਡਰਸ ਦੇ ਆਬਜੈਕਸ਼ਨ ਜਾਂ ਕਹਿਣ ਤੇ, ਕਿਉਂਕਿ ਉਹ ਤਾਂ ਚਾਹੁੰਦੇ ਸੀ ਕਿ ਮਾਹੌਲ ਖਰਾਬ ਹੋਵੇ, ਬਜਟ ਸੈਸ਼ਨ 'ਚ ਡਿਸਟਰਬੈਂਸ ਹੋਵੇ, ਤਾਂ ਗਵਰਨਰ ਸਾਹਿਬ ਨੇ ਮਾਈ ਗਵਰਨਮੈਂਟ ਮੇਰੀ ਸਰਕਾਰ ਕਹਿਣਾ ਹੀ ਬੰਦ ਕਰਤਾ, ਗਵਰਨਮੈਂਟ ਵਰਡ ਯੂਜ਼ ਕਰਨਾ ਸ਼ੁਰੂ ਕਰਤਾ। ਜਦ ਕਿ ਜਦੋਂ ਫਿਰ ਮਾਨ ਸਾਹਿਬ ਨੇ ਉਹਨਾਂ ਨੂੰ ਟੋਕਿਆ, ਸਾਡੇ ਲੀਡਰਸ਼ਿਪ ਨੇ ਉਹਨਾਂ ਨੂੰ ਟੋਕਿਆ, ਫਿਰ ਉਹਨਾਂ ਨੇ ਜਾ ਕੇ ਕਿਤੇ ਇਹ ਸ਼ਬਦ ਯੂਜ਼ ਕੀਤਾ, ਜੋ ਇਹ ਚੀਜ਼ ਦਰਸਾ ਰਿਹਾ ਸੀ ਕਿ ਗਵਰਨਰ ਸਾਹਿਬ ਐਕਟਿਵ ਪੋਲਿਟਿਕਸ ਦੇ ਵਿੱਚ ਪਾਰਟਿਸਿਪੇਟ ਕਰਨ ਲੱਗ ਪਏ। ਉਹ ਕਿਤੇ ਨਾ ਕਿਤੇ ਵਿਰੋਧੀ ਧਿਰਾਂ ਦਾ ਚਿਹਰਾ ਬਣਨ ਦੀ ਕੋਸ਼ਿਸ਼ ਕਰਨ ਲੱਗ ਪਏ। ਔਰ ਜਿਹੜਾ ਹੈ ਇਹਦੇ ਵਿੱਚ ਆਪਾਂ ਇੱਕ ਕੁਐਸਚਨ ਤੁਸੀਂ ਕਿਹਾ ਕਿ ਤਕਰਾਰ ਕਿਵੇਂ ਮੁੱਕੇਗੀ, ਇਹਦੇ ਉੱਤੇ ਬੜੇ ਸ਼ਾਨਦਾਰ ਸ਼ਬਦਾਂ ਦੇ ਵਿੱਚ ਹਰਪਾਲ ਚੀਮਾ ਜੀ ਸਾਡੇ ਵਿੱਤ ਮੰਤਰੀ ਸਾਹਿਬ ਨੇ ਦੱਸਿਆ ਕਿ ਗਰਿਮਾ ਦਾ, ਆਪਣੇ ਅਹੁਦੇ ਦੀ ਗਰਿਮਾ ਦਾ ਖਿਆਲ ਰੱਖਦੇ ਹੋਏ ਉਹ ਕਨਸਟੀਟਿਊਸ਼ਨਲ ਹੈੱਡ ਦੇ ਤੌਰ ਤੇ ਕੰਮ ਕਰਨ, ਉਹ ਐਜ਼ ਐਨ ਐਕਟਿਵ ਪੋਲੀਟੀਸ਼ੀਅਨ ਕੰਮ ਨਾ ਕਰਨ। ਉਹ ਐਕਟਿਵ ਪੋਲੀਟੀਸ਼ੀਅਨ ਤੁਹਾਨੂੰ ਲੱਗ ਰਿਹਾ ਕਿ ਕੰਮ ਕਰ ਰਹੇ? ਬਿਲਕੁਲ, ਇਹ ਸ਼ੁਰੂ ਤੋਂ ਕਰ ਰਿਹਾ। ਜਦੋਂ ਇਹ ਅਸਾਮ ਦੇ ਗਵਰਨਰ, ਹੋਰ ਗੱਲ ਦਾ ਜਵਾਬ ਦੇ ਦਿਓ, ਮੈਂ ਜੈਬੰਸ ਜੀ ਸਾਡੇ ਨਾਲ ਨੇ, ਉਹਨਾਂ ਤੋਂ ਜਵਾਬ ਲਵਾਂਗਾ, ਹੋਪਫੁਲੀ ਉਹ ਇਸ ਦੇ ਉੱਪਰ ਰਿਐਕਟ ਕਰਨਗੇ। ਤੁਸੀਂ ਕਹਿ ਰਹੇ ਹੋ ਕਿ ਵਿਰੋਧੀ ਧਿਰਾਂ ਦੇ ਕਹਿਣ ਦੇ ਉੱਤੇ ਉਹਨਾਂ ਨੇ ਮਾਈ ਗਵਰਨਮੈਂਟ ਕਹਿਣ ਦੀ ਥਾਂ ਕੱਲਾ ਗਵਰਨਮੈਂਟ ਬੋਲਣਾ ਸ਼ੁਰੂ ਕਰ ਦਿੱਤਾ। ਇਹ ਵਿਰੋਧੀ ਧਿਰਾਂ ਕਾਂਗਰਸ ਸੀ ਜਾਂ ਬੀਜੇਪੀ ਵਾਲੇ ਸੀ ਜਾਂ ਅਕਾਲੀ ਦਲ ਸੀ? ਕਾਂਗਰਸ ਦੇ ਕੁਝ ਲੀਡਰਾਂ ਨੇ ਸ਼ੋਰ ਮਚਾਇਆ ਸੀ ਔਰ ਬੀਜੇਪੀ ਵਾਲਿਆਂ ਨੇ ਵੀ ਸ਼ੋਰ ਪ੍ਰਤਾਪ ਬਾਜਵਾ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਜੀ। ਔਰ ਇੱਕ ਚੀਜ਼ ਹੋਰ ਦੇਖੋ, ਜਦੋਂ 2016 ਦੇ ਵਿੱਚ ਸਾਡੇ ਮਾਨਯੋਗ ਬਨਵਾਰੀ ਲਾਲ ਪੁਰੋਹਿਤ ਜੀ, ਕਿਉਂਕਿ ਸਾਡੇ ਮਹਾਮਹਿਮ ਹੈ ਪੰਜਾਬ ਦੇ ਗਵਰਨਰ ਹੈ, ਇਹ ਅਸਾਮ ਦੇ ਗਵਰਨਰ ਸੀ, ਉਦੋਂ ਵੀ ਫਿਰ ਕਾਂਗਰਸ ਨੇ ਇਹਨਾਂ ਦੇ ਉੱਤੇ ਇਲਜ਼ਾਮ ਲਾਏ ਸੀ ਅਸਾਮ ਦੇ ਵਿੱਚ ਕਿ ਇਹ ਇੱਕ ਖਾਸ ਤਬਕੇ ਦੀ ਪੋਲਿਟਿਕਸ ਕਰ ਰਹੇ ਆ। ਫਿਰ ਜਦੋਂ ਇਹ ਤਾਮਿਲਨਾਡੂ ਦੇ ਗਵਰਨਰ ਸੀਗੇ, ਉਦੋਂ ਸਟਾਲਿਨ ਜੀ ਦੀ ਪਾਰਟੀ ਨੇ ਔਰ ਕਾਂਗਰਸ ਨੇ ਇਹਨਾਂ ਦੇ ਖਿਲਾਫ ਐਜੀਟੇਸ਼ਨ ਵੀ ਕੀਤਾ ਸੀ। ਠੀਕ ਹੈ, ਮੈਂ ਇੱਕ ਹੋਰ ਛੋਟਾ ਜਿਹਾ ਸਵਾਲ, ਮੈਂ ਉਸ ਤੋਂ ਬਾਅਦ ਬਾਕੀ ਮਹਿਮਾਨਾਂ ਦਾ ਰੁਖ ਕਰਦਾ। ਤੁਸੀਂ ਗਵਰਨਰ ਸਾਹਿਬ ਦੇ ਉੱਤੇ ਇਲਜ਼ਾਮ ਲਗਾ ਰਹੇ ਹੋ ਐਕਟਿਵ ਪੋਲੀਟੀਸ਼ੀਅਨ ਦੇ ਤੌਰ ਦੇ ਉੱਤੇ ਉਹ ਕੰਮ ਕਰ ਰਹੇ ਨੇ, ਹੁਣ ਇਹ ਬੀਜੇਪੀ ਦੇ ਮੁਤਾਬਿਕ ਕਰ ਰਹੇ ਨੇ ਜਾਂ ਕਾਂਗਰਸ ਦੇ ਮੁਤਾਬਿਕ ਕਰ ਰਹੇ ਨੇ? ਇਹ ਕਲੀਅਰ ਸਮਝ ਆ ਰਿਹਾ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜਿਹੜੀ ਪੰਜਾਬ ਦੀ ਕਾਂਗਰਸ ਹੈ ਨਾ ਜੀ, ਉਹ ਕਿਤੇ ਨਾ ਕਿਤੇ ਪਤਾ ਨਹੀਂ ਕਿਉਂ ਉਹ ਬੀਜੇਪੀ ਦੇ ਅੱਗੇ ਸਰੈਂਡਰ ਕਰ ਚੁੱਕੀ ਹੈ। ਕੀ ਹੈ ਕਿ ਬੀਜੇਪੀ ਦੀ ਗਾਈਡਲਾਈਨਸ ਤੇ ਹੀ ਪੰਜਾਬ ਕਾਂਗਰਸ ਐਕਟਿੰਗ ਕਰ ਰਹੀ ਹੈ। ਠੀਕ ਆ, ਆਪਾਂ ਜੈਬੰਸ ਜੀ ਦਾ ਰੁਖ ਕਰਦੇ ਹਾਂ। ਜੈਬੰਸ ਜੀ ਸਾਡੇ ਨਾਲ ਜੁੜੇ ਹੋਏ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਜੈਬੰਸ ਜੀ, ਤਕਰਾਰ ਤਾਂ ਮੁੱਕਦੀ ਨਜ਼ਰ ਆ ਨਹੀਂ ਰਹੀ, ਆਪਾਂ ਚਰਚਾ ਫਿਰ ਵੀ ਕਰਾਂਗੇ ਕਿ ਆਖਿਰ ਕਿਵੇਂ ਮੁੱਕ ਜਾਵੇ ਤੇ ਗਰਿਮਾ ਦਾ ਧਿਆਨ ਕੌਣ ਰੱਖੇ, ਇਹ ਵੀ ਇੱਕ ਵੱਡਾ ਸਵਾਲ ਹੈ। ਪਰ ਪੁਆਇੰਟ ਇਹ ਹੈ ਕਿ ਮਾਈ ਗਵਰਨਮੈਂਟ ਔਰ ਗਵਰਨਮੈਂਟ ਵਾਲਾ ਵਿਵਾਦ ਤਾਂ ਖੜਾ ਹੋ ਗਿਆ, ਆਖਿਰ ਜ਼ਰੂਰਤ ਕੀ ਸੀ? ਪ੍ਰਤਾਪ ਬਾਜਵਾ ਕਹਿੰਦੇ ਨੇ ਜਾਂ ਕਾਂਗਰਸ ਦਾ ਕੋਈ ਲੀਡਰ ਬੋਲੇ ਤਾਂ ਤੁਹਾਨੂੰ ਲੱਗਦਾ ਕਿ ਵਾਕਈ ਰਾਜਪਾਲ ਸਾਹਿਬ ਨੂੰ ਉਸ ਤਰੀਕੇ ਨਾਲ ਰਿਐਕਟ ਕਰਨਾ ਚਾਹੀਦਾ ਸੀ ਜੋ ਆਮ ਆਦਮੀ ਪਾਰਟੀ ਕਹਿ ਰਹੀ ਹੈ? ਪੁਆਇੰਟ ਨੰਬਰ 2, ਐਕਟਿਵ ਪੋਲੀਟੀਸ਼ੀਅਨ ਦੇ ਤੌਰ ਦੇ ਉੱਤੇ ਰਿਐਕਟ ਕਰ ਰਹੇ ਨੇ ਗਵਰਨਰ, ਸਿੱਧੇ ਜਿਹੇ ਸਿੱਧੇ ਇਲਜ਼ਾਮ ਨੇ ਬੀਜੇਪੀ ਦੇ ਉੱਤੇ ਕਿ ਉਹਨਾਂ ਦੇ ਵੱਲੋਂ ਜੋ ਕਿਹਾ ਜਾਂਦਾ ਹੈ ਉਹ ਉਸ ਤਰੀਕੇ ਨਾਲ ਅੱਗੇ ਰਿਐਕਟ ਕਰ ਰਹੇ ਨੇ। थैंक यू गौरव जी, मेरी आवाज आ रही है? हाँ जी, तुहाडी आवाज आ रही है। वंडरफुल। अच्छा, पहली गल तो मैं अर्शप्रीत खड़ियाल जी नूं बहुत बहुत मुबारक दिंदा। वो पासी साहब ने उन्होंने भेज दिता है साडे बीजेपी दे विच हुणे ही
ਕਿ ਉਹ ਤੇ ਸਾਡੇ ਘੁੱਟਨੇ ਘਟਨੇ ਟੇਕ ਕੇ ਸਾਡੇ ਨਾਲ ਹੀ ਹੋ ਗਏ ਨੇ। ਸੋ ਵੈਲਕਮ ਅਰਸ਼ਪ੍ਰੀਤ ਟੂ ਦ ਬੀਜੇਪੀ। ਉਹ ਥੋੜੀ ਦੇਰ ਦੇ ਬਾਅਦ ਤੁਸੀਂ ਮੈਨੂੰ ਇਹਨੂੰ ਕੀ ਕਹਿੰਦੇ ਨੇ ਆਪਣੀ ਆਪ ਨੂੰ ਮੇਰੇ ਕੋਲ ਭੇਜ ਦੋਗੇ ਕਿ ਆਪ ਤੁਹਾਡੇ ਨਾਲ ਚੱਲਦੀ ਹੈ। ਸੋ ਇਹ ਸਿਲਸਿਲਾ ਤੇ ਡਿਸਾਈਡ ਨਹੀਂ ਹੁੰਦਾ ਕਿ ਸਾਡੇ ਨਾਲ ਕਿਹੜਾ ਕਿਹੜਾ ਹੈਗਾ। ਹੁਣ ਬੇਸਿਕਲੀ ਮੈਂ ਇਹ ਜਿਹੜੀ ਗੱਲਬਾਤ ਹੋਈ ਹੈ ਕਾਫੀ ਜੋਸ਼ ਦਾ ਇੱਕ ਲੈਕਚਰ ਦਿੱਤਾ ਹੈ ਪਾਸੀ ਸਾਹਿਬ ਨੇ। ਪਹਿਲੀ ਗੱਲ ਤੇ ਇਹਨਾਂ ਨੂੰ ਮੈਂ ਦੱਸ ਦੇਵਾਂ ਕਿ ਗਵਰਨਰ ਕਿਸੇ ਵੀ ਗਵਰਨਰ ਦੇ ਵਾਸਤੇ ਇਹ ਲਫ਼ਜ਼ ਯੂਜ਼ ਕਰਨਾ ਕਿ ਅਸੀਂ ਗਵਰਨਰ ਨੂੰ ਟੋਕਿਆ, ਇਹ ਕੋਈ ਚੰਗਾ ਲਫ਼ਜ਼ ਨਹੀਂ ਹੁੰਦਾ ਯੂਜ਼ ਕਰਨ ਵਾਸਤੇ। ਤੇ ਜਦੋਂ ਆਮ ਆਦਮੀ ਪਾਰਟੀ ਇਸ ਤਰੀਕੇ ਦੇ ਲਫ਼ਜ਼ ਯੂਜ਼ ਕਰਦੀ ਹੈ ਪ੍ਰੋਬਲਮ ਉਦੋਂ ਹੀ ਹੁੰਦੇ ਨੇ। ਦੂਸਰੀ ਗੱਲ, ਇਹ ਜਿਹੜਾ 8 ਵਜੇ ਦਾ ਪ੍ਰਾਈਮ ਟਾਈਮ ਹੈ, ਇਹ ਟਾਈਮ ਐਸਾ ਹੁੰਦਾ ਹੈ ਜਦੋਂ ਕਿ ਸਟੇਟ ਦੇ ਬੜੇ ਅਹਿਮ ਮੁੱਦੇ ਜਿਹੜੇ ਨੇ ਉਹ ਡਿਸਕਸ ਹੁੰਦੇ ਨੇ ਸਾਰੇ ਚੈਨਲਸ ਦੇ ਵਿੱਚ। ਚੰਗੇ ਚੰਗੇ ਬੁਲਾਰੇ ਇੱਥੇ ਬੈਠੇ ਹੁੰਦੇ ਨੇ। ਅਸੀਂ ਕੀ ਡਿਸਕਸ ਕਰ ਰਹੇ ਹਾਂ? ਤੁਸੀਂ ਜੋ ਕਿਹਾ ਤੂੰ ਮੈਂ ਐਵਰੀ ਡੇ ਦੇਰ ਇਜ਼ ਨੈਗੇਟਿਵਿਟੀ। ਜਾਂ ਤੇ ਇਹਨਾਂ ਦੀ ਨੈਗੇਟਿਵਿਟੀ ਹੁੰਦੀ ਹੈ ਗਵਰਨਰ ਦੇ ਨਾਲ, ਕੁਛ ਨਾ ਕੁਛ ਉਹ ਕਹਿ ਦਿੰਦੇ ਨੇ ਆਪਣੇ ਭਗਵੰਤ ਮਾਨ ਜੀ। ਮੈਂ ਹੁਣ ਦੇਖ ਰਿਹਾ ਸੀਗਾ ਉਹ 40 ਇਅਰਸ ਪਲੱਸ ਹੋ ਗਏ ਨੇ, 43 ਇਅਰਸ, ਪਰ ਬਚਪਨਾ ਨਹੀਂ ਉਹਨਾਂ ਦਾ ਜਾ ਰਿਹਾ। ਉਹ ਕਾਮੇਡੀ ਸਰਕਸ ਨਹੀਂ ਉਹ ਛੱਡਣ ਦੀ ਕੋਸ਼ਿਸ਼ ਕਰ ਰਹੇ ਕਿ ਮੈਨੂੰ ਕਿਸੇ ਨੇ ਇਹ ਕਿਹਾ। ਕਾਮੇਡੀਅਨਸ ਨੂੰ ਹੁੰਦਾ ਨਾ ਕਿ ਮੈਨੂੰ ਕਿਸੇ ਨੇ ਕੁਝ ਕਹਿ ਦਿੱਤਾ ਮੈਨੂੰ ਜਵਾਬ ਦੇਣਾ ਬੜਾ ਜ਼ਰੂਰੀ ਹੈ। ਉਹ ਗੱਲ ਉਹ ਛੱਡਣ ਦੀ ਕੋਸ਼ਿਸ਼ ਨਹੀਂ ਕਰ ਰਹੇ ਨੇ। ਤੇ ਹਰ ਰੋਜ਼ ਇੱਥੇ ਨੈਗੇਟਿਵਿਟੀ ਹੁੰਦੀ ਹੈ। ਕਦੀ ਕਿਸੇ ਨੂੰ ਫੜ ਕੇ ਅੰਦਰ ਕਰ ਦਿੰਦੇ ਨੇ, ਫਿਰ ਕਹਿੰਦੇ ਨੇ ਕਿ ਅਸੀਂ ਸਾਰਾ ਕੁਝ ਸਾਫ਼ ਕਰ ਦੇਣਾ। ਕਦੀ ਗਵਰਨਰ ਦੇ ਨਾਲ ਲੜ ਪੈਂਦੇ ਨੇ, ਕਦੀ ਤੀਸਰੇ ਨਾਲ ਲੜ ਪੈਂਦੇ ਨੇ। ਇਹ ਗਵਰਨਰ ਦੇ ਨਾਲ ਤੇ ਲੈਫਟੀਨੈਂਟ ਗਵਰਨਰ ਦੇ ਨਾਲ ਲੜਨ ਦੀ ਜਿਹੜੀ ਹੈ ਨਾ, ਇਹ ਤੇ ਪਾਲਿਸੀ ਹੈ ਆਮ ਆਦਮੀ ਪਾਰਟੀ ਦੀ। ਇਹ ਇਹਨਾਂ ਦਾ ਇੱਕ ਸਿਸਟਮ ਹੈ। ਕਿਉਂਕਿ ਇਹ ਸਿਸਟਮ ਜਿਹੜਾ ਹੈ ਇਹ ਉਦੋਂ ਚੱਲਦਾ ਪਿਆ ਹੈ ਜਦੋਂ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਦਿੱਲੀ 'ਚ ਬਣਾਈ ਸੀਗੀ। ਉੱਥੇ ਜੋ ਮਰਜ਼ੀ ਗਵਰਨਰ ਲਗਾ ਦਿਓ, ਲੈਫਟੀਨੈਂਟ ਗਵਰਨਰ ਲਗਾ ਦਿਓ, ਇਹਨਾਂ ਦੀ ਲੜਾਈ ਉਹਦੇ ਨਾਲ ਨਿਸ਼ਚਿਤ ਹੈ। ਤੇ ਤੁਸੀਂ ਚੇਂਜ ਕਰ ਦਿਓ ਜਾਂ ਜੋ ਮਰਜ਼ੀ ਕਰ ਦਿਓ। ਗਵਰਨਰ ਜਿਹੜੇ ਹੁੰਦੇ ਨੇ ਨਾ ਗੌਰਵ ਜੀ, ਬਹੁਤ ਹੀ ਸੁਲਝੇ ਹੋਏ ਲੋਕ ਹੁੰਦੇ ਨੇ। ਜਿਹੜੇ ਆਪਣੇ ਬਨਵਾਰੀ ਲਾਲ ਪੁਰੋਹਿਤ ਜੀ ਨੇ, ਉਹ 3 ਸਟੇਟਸ ਦੇ ਗਵਰਨਰ ਰਹੇ ਨੇ। ਉਦੋਂ ਪਹਿਲੇ MP ਰਹੇ ਨੇ। ਹੀ ਵਾਜ਼ ਅ MP ਪ੍ਰੋਬੇਬਲੀ ਬਿਫੋਰ ਭਗਵੰਤ ਮਾਨ ਜੀ ਵਾਜ਼ ਬੋਰਨ। ਤੇ ਕੁਛ ਤੇ ਉਹਨਾਂ ਨੂੰ ਕੁਛ ਤੇ ਹੈਗਾ, ਉਹਨਾਂ ਨੂੰ ਪਤਾ ਹੈ ਕਿ ਕਿੱਦਾਂ ਗੱਲ ਕਰਨੀ ਹੈ, ਕਿੱਦਾਂ ਨਹੀਂ ਕਰਨੀ ਹੈ। ਤੇ ਇਸ ਤਰੀਕੇ ਦੇ ਨਾਲ ਸਾਰਾ ਟਾਈਮ ਉਹਨਾਂ ਦੇ ਉੱਤੇ ਇਲਜ਼ਾਮ ਲਗਾਣੇ ਮੈਨੂੰ ਠੀਕ ਨਹੀਂ ਲੱਗਦੇ। ਬਾਕੀ ਜਿਹੜੀਆਂ ਗੱਲਾਂ ਨੇ, ਮੈਂ ਇਹਨਾਂ ਨੂੰ ਹੁਣ ਇਹ ਪੁੱਛ ਲਵਾਂ ਕਿ ਜਿਹੜੇ ਇਹਨਾਂ ਨੇ ਸਿੰਗਾਪੁਰ 'ਚ ਭੇਜੇ ਸੀਗੇ ਬੰਦੇ ਟੀਚਰਸ, ਜਿਨ੍ਹਾਂ ਦੇ ਉੱਤੇ ਐਡਾ ਇਤਰਾਜ਼ ਆਇਆ ਸੀਗਾ, ਉਹ ਟੀਚਰਸ ਨੇ ਕੀ ਕਰ ਦਿੱਤਾ ਐਜੂਕੇਸ਼ਨ ਸੈਕਟਰ ਨੂੰ? ਕੁਛ ਤੇ ਸਾਨੂੰ ਦੱਸਣ ਜਿਹੜੇ ਇਹਨਾਂ ਨੇ ਪੈਸੇ ਖਰਚੇ ਸੀਗੇ ਉਹਨਾਂ ਦਾ ਕੀ ਫਾਇਦਾ ਹੋਇਆ? ਕਿੰਨੇ ਸਕੂਲ ਸਾਡੇ ਵਧੀਆ ਹੋ ਗਏ, ਕਿੰਨੇ ਨਵੇਂ ਬਣ ਗਏ? ਉਹਨਾਂ ਟੀਚਰਸ ਨੇ ਕਿਹੜੇ ਸਿਸਟਮ ਜਿਹੜੇ ਨੇ ਉਹ ਚੇਂਜ ਕੀਤੇ ਨੇ? ਕੁਛ ਨਿਕਲਿਆ? ਦੂਸਰਾ, ਉਹਨਾਂ ਨੇ GS ਜਵੰਡਾ ਦੀ ਗੱਲ ਕੀਤੀ ਸੀਗੀ, ਇਹਨਾਂ ਨੇ ਉਹਦਾ ਜਵਾਬ ਕਿਉਂ ਨਹੀਂ ਦਿੱਤਾ ਕਿ GS ਜਵੰਡਾ ਦੇ ਉੱਤੇ ਕੇਸਿਸ ਹੈਗੇ ਨੇ। ਦੇਰ ਆਰ ਕੇਸਿਸ ਆਫ ਵਾਟ ਯੂ ਕਾਲ ਪ੍ਰੋਪਰਟੀ ਦੇ ਹੜੱਪਣ ਦੇ ਕੇਸਿਸ ਹੈਗੇ ਨੇ। ਉਹਨੂੰ ਇਹਨਾਂ ਨੇ ਲਗਾਤਾ ਸੀਗਾ ਮੇਰੇ ਖਿਆਲ ਇਨਫੋਟੈਕ ਦਾ ਚੇਅਰਮੈਨ, ਉਹਦੇ ਬਾਰੇ ਕੋਈ ਜਵਾਬ ਨਹੀਂ ਦਿੱਤਾ। ਫਿਰ ਤੀਸਰਾ, ਗਵਰਨਰ ਸਾਹਿਬ ਨੇ ਇੱਕ ਹਿੰਟ ਦਿੱਤਾ ਸੀਗਾ ਕਿ ਲਾਲਚੰਦ ਕਟਾਰੂ ਚੱਕ ਦੇ ਬਾਰੇ ਕੁਝ ਕਰੋ, ਉਹਦੇ ਬਾਰੇ ਇਹਨਾਂ ਨੇ ਕੀਤਾ। ਕਰਦੇ ਤੇ ਕੁਝ ਹੈ ਨਹੀਂ। ਦੇ ਇਹਨਾਂ ਨੂੰ ਗਵਰਨਰ ਦੇ ਆਫਿਸ ਦੀ ਗਰਿਮਾ ਰੱਖਣ ਦੇ ਵਾਸਤੇ ਇਹਨਾਂ ਦੀ ਪਾਲਿਸੀ 'ਚ ਹੈ ਨਹੀਂ ਕਿ ਕਿਸੇ ਦੀ ਇੱਜ਼ਤ ਕਰ ਲਓ, ਨਾ ਪ੍ਰਾਈਮ ਮਿਨਿਸਟਰ ਦੀ, ਨਾ ਕਿਸੇ ਦੂਸਰੇ ਚੀਫ ਮਿਨਿਸਟਰ ਦੀ, ਕਿਸੇ ਦੀ ਨਹੀਂ ਇੱਜ਼ਤ ਕਰਨੀ। ਜੈਮਾਨ ਜੀ, ਤੁਹਾਨੂੰ ਲੱਗਦਾ ਹੈ ਕਿ ਜੋ ਨੈਗੇਟਿਵਿਟੀ ਵਾਲਾ ਤੁਸੀਂ ਜ਼ਿਕਰ ਕੀਤਾ ਜਾਂ ਤਕਰਾਰ ਵਾਲਾ ਜ਼ਿਕਰ ਕਰ ਰਹੇ ਹੋ, ਉਹਦੀ ਟੋਟਲੀ ਰਿਸਪੌਂਸਿਬਿਲਿਟੀ ਤੁਹਾਨੂੰ ਲੱਗਦਾ ਗਵਰਨਮੈਂਟ ਦੀ ਹੈ, ਸਰਕਾਰ ਦੀ ਵਜ੍ਹਾ ਦੇ ਨਾਲ ਹੋ ਰਿਹਾ ਸਭ ਕੁਝ? ਬਿਲਕੁਲ ਸਰ, ਦੇਖੋ ਐਸੀ ਗੱਲ ਹੈ ਕਿ ਜਦੋਂ ਤੁਸੀਂ ਕਿਸੇ ਹਾਈ ਆਫਿਸ 'ਚ ਬਹਿ ਜਾਂਦੇ ਹੋ, ਮੈਂ ਵੀ ਸਾਰੀ ਜ਼ਿੰਦਗੀ ਫੌਜ 'ਚ ਕੱਢੀ ਹੈ, ਬਿਊਰੋਕਰੈਟਸ ਤੇ ਗਵਰਨਮੈਂਟ ਆਫੀਸ਼ੀਅਲਸ ਨੂੰ ਬੜੀ ਜ਼ਿਆਦਾ ਮੈਚੁਰਿਟੀ ਦਿਖਾਣੀ ਪੈਂਦੀ ਹੈ। ਉਹਨਾਂ ਨੂੰ ਸ਼ਬਦਾਂ ਦੀ ਸ਼ਬਦਾਵਲੀ ਆਪਣੀ ਚੰਗੀ ਰੱਖਣੀ ਕਰਦੀ ਹੈ, ਕੋਈ ਗਰਿਮਾ ਰੱਖਣੀ ਹੁੰਦੀ ਹੈ, ਤੇ ਕਿਸੇ ਚੀਜ਼ ਨੂੰ ਕਿਸ ਤਰੀਕੇ ਨਾਲ ਉਹਨੂੰ ਅੱਗੇ ਪੇਸ਼ ਕਰਨਾ ਉਹ ਜ਼ਰੂਰੀ ਹੈ। ਰੋਜ਼ ਦਿਹਾੜੀ ਇੱਕ ਟਵੀਟ ਕਰ ਦੋ, ਦੂਸਰੇ ਦਿਨ ਦੂਸਰਾ ਟਵੀਟ ਕਰ ਦੋ, ਤੇ ਸਾਰਾ ਟਾਈਮ ਇੱਥੇ ਮਤਲਬ ਨੈਗੇਟਿਵਿਟੀ ਫੈਲਾਈ ਰੱਖੋ, ਤੁਸੀਂ ਸੈਂਸੇਸ਼ਨਲਿਜ਼ਮ ਦੇ ਵਿੱਚ ਪੈ ਜਾਓ। ਇਹ ਕੋਈ ਇੱਕ ਚੀਫ ਮਿਨਿਸਟਰ ਨੂੰ ਇਹ ਸੂਟ ਕਰਦਾ? ਮੇਰੇ ਹਿਸਾਬ ਦੇ ਨਾਲ ਹੀ ਇਜ਼ ਮੇਕਿੰਗ ਫਨ ਆਫ ਦੀ ਜਿਹੜਾ ਪੰਜਾਬ ਦਾ ਸਟੇਟ ਹੈਗੀ ਹੈ ਨਾ, ਉਹ ਪੂਰੀ ਦੁਨੀਆ ਦੇ ਵਿੱਚ ਇੱਕ ਮਜ਼ਾਕ ਦਾ ਪਾਤਰ ਬਣ ਗਈ ਹੈ ਕਿ ਰੋਜ਼ ਦਿਹਾੜੀ ਅਗਰ ਕੋਈ ਕਾਮੇਡੀ ਸਰਕਸ ਦੇਖਣਾ ਤੇ ਸ਼ਾਮ ਨੂੰ ਪੰਜਾਬ ਦੇ ਵਿੱਚ ਆ ਕੇ ਦੇਖ ਲਓ। ਇਸ ਵੇਲੇ ਸਾਨੂੰ ਕੋਈ ਬੜੀ ਵੱਡੀ, ਆਪਾਂ ਇੱਕ ਵਾਰੀ ਰਿਐਕਸ਼ਨ ਲੈ ਲਈਏ ਸਾਰਿਆਂ ਦਾ। ਜਿਹੜਾ ਤੁਹਾਡਾ ਪੁਆਇੰਟ ਆਇਆ, ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਐਕਟਿਵ ਪੋਲਿਟਿਕਸ ਦੇ ਤੌਰ ਦੇ ਉੱਤੇ ਉਹ ਐਕਟਿਵ ਨੇ ਇਸ ਸਮੇਂ। ਤੁਸੀਂ ਕਹਿ ਰਹੇ ਹੋ ਕਿ ਰਿਸਪੌਂਸਿਬਲ ਟੋਟਲੀ ਗਵਰਨਮੈਂਟ ਹੈ ਜਿਸ ਤਰੀਕੇ ਨਾਲ ਰਿਐਕਟ ਕਰ ਰਹੇ ਨੇ ਗਵਰਨਰ ਨੂੰ ਲੈ ਕੇ। ਮੈਂ ਵਾਪਸ ਆਉਂਗਾ, ਤੁਹਾਡੇ ਕੋਲ ਬਹੁਤ ਸਾਰੇ ਸਵਾਲ ਹੋਣਗੇ। ਖੜਿਆਲ ਸਾਹਿਬ ਦਾ ਇੱਕ ਵਾਰ ਰੁਕ ਕਰ ਲੈਣਾ, ਕਲੇਰ ਜੀ ਦਾ ਵੀ ਰੁਕ ਕਰਾਂਗਾ। ਖੜਿਆਲ ਸਾਹਿਬ, ਦੇਖੋ ਇੱਕ ਐਲੀਗੇਸ਼ਨ ਤੁਹਾਡੇ ਵਾਲੇ ਪਾਸੇ ਵੀ ਆ ਗਿਆ
ਕਿ ਤੁਸੀਂ ਜਿਵੇਂ ਕਹਿ ਰਹੇ ਹੋ ਜਾਂ ਕਾਂਗਰਸ ਬੀਜੇਪੀ ਦੇ ਨਾਲ ਰਲੀ ਹੋਈ ਹੈ ਉਸ ਤਰੀਕੇ ਨਾਲ ਫਿਰ ਅੱਗੇ ਗਵਰਨਰ ਸਾਹਿਬ ਰਿਐਕਟ ਕਰ ਰਹੇ ਨੇ। ਜੋ ਸੀਐਮ ਸਾਹਿਬ ਦੇ ਵੱਲੋਂ ਇੱਕ ਵੀਡੀਓ ਵੀ ਟਵੀਟ ਕੀਤੀ ਗਈ ਹੈ ਉਸ ਦੇ ਵਿੱਚ ਵੀ ਇਹ ਜ਼ਿਕਰ ਹੋ ਰਿਹਾ ਕਿ ਕਾਂਗਰਸ ਨੇ ਕਿਹਾ, ਉਸ ਤੋਂ ਬਾਅਦ ਮਾਈ ਗਵਰਨਮੈਂਟ ਤੋਂ ਸਿਰਫ ਗਵਰਨਮੈਂਟ ਦੇ ਉੱਪਰ ਆ ਗਏ। ਪਹਿਲਾਂ ਕਹਿ ਰਹੇ ਸੀ ਮੇਰੀ ਸਰਕਾਰ, ਫਿਰ ਇਕੱਲੇ ਸਰਕਾਰ ਦੇ ਉੱਪਰ ਆ ਗਏ। ਪਹਿਲਾਂ ਤਾਂ ਗੌਰਵ ਜੀ ਤੁਹਾਡੇ ਸਵਾਲ ਦਾ ਜਵਾਬ ਦਊਂਗਾ ਮੈਂ। ਆਮ ਆਦਮੀ ਪਾਰਟੀ ਦੇ ਪ੍ਰਵਕਤਾ ਪਾਸੀ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਕਾਂਗਰਸ ਪਾਰਟੀ ਨੇ ਸਰੈਂਡਰ ਕਰਤਾ ਭਾਰਤੀ ਜਨਤਾ ਪਾਰਟੀ ਨੂੰ। ਹੁਣ ਤੁਸੀਂ ਇਹ ਦੇਖੋ ਕਿ ਜੇ ਕਹਿ ਰਹੇ ਕਾਂਗਰਸ ਪਾਰਟੀ ਕੰਪਰੋਮਾਈਜ਼ਡ ਹੈ, ਕਾਂਗਰਸ ਪਾਰਟੀ ਨੇ ਸਰੈਂਡਰ ਕਰਤਾ ਬੀਜੇਪੀ ਨੂੰ, ਫਿਰ ਇਹੀ ਕਾਂਗਰਸ ਪਾਰਟੀ ਤੋਂ ਸਮਰਥਨ ਕਿਉਂ ਮੰਗ ਰਹੇ ਹੋ? ਉਹੀ ਲੜਾਈ ਦੇ ਵਿੱਚ ਜਿਹ ਚ ਤੁਸੀਂ ਸੈਂਟਰ ਦੇ ਖਿਲਾਫ ਲੜਨਾ ਹੈ, ਦਿੱਲੀ ਆਰਡੀਨੈਂਸ ਵਾਲੇ ਇਸ਼ੂ ਤੇ ਕਰ ਲਿਆ ਨਾ ਆਪਦੇ ਆਪ ਨੂੰ ਐਕਸਪੋਜ਼ ਗੌਰਵ ਜੀ। ਦੂਜੀ ਗੱਲ ਹੁਣ ਮੁੱਦੇ ਜੀ, ਤੁਸੀਂ ਇਹ ਦੇਖੋ ਇਹ ਕੋਈ ਕੋਇਨਸੀਡੈਂਸ ਨਹੀਂ ਹੈ ਕਿ ਪੂਰੇ ਦੇਸ਼ ਦੇ ਵਿੱਚ ਇੰਨੇ ਸੂਬਿਆਂ ਚੋਂ 2 ਸੂਬਿਆਂ ਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿੱਥੇ, ਉੱਥੇ ਸਭ ਤੋਂ ਜ਼ਿਆਦਾ ਟਸਲ ਹੁੰਦੀ ਹੈ ਗਵਰਨਰ ਸਾਹਿਬ ਦੇ ਵਿੱਚ ਤੇ ਸਰਕਾਰ ਦੇ ਵਿੱਚ। ਤੇ ਉਹਦੇ ਪਿੱਛੇ ਕਾਰਨ ਗੌਰਵ ਜੀ ਕੀ ਹੈ ਆਪਾਂ ਨੂੰ ਦੇਖਣ ਦੀ ਲੋੜ ਹੈ। ਇੱਕ ਬੜਾ ਵਧੀਆ ਪੈਟਰਨ ਤੁਹਾਨੂੰ ਦਿਖਾਈ ਦਊਗਾ। ਆਮ ਆਦਮੀ ਪਾਰਟੀ ਦਾ ਅਹੰਕਾਰ ਹੈ ਜਿਹਦੇ ਕਰਕੇ ਇਹ ਇਸ਼ੂਜ਼ ਹੁੰਦੇ, ਟਸਲ ਹੁੰਦੀ ਹੈ। ਹੋਰ ਸੂਬਿਆਂ 'ਚ ਵੀ ਹੁੰਦੀ ਹੈ ਪਰ ਬਹੁਤ ਥੋੜੀ ਹੁੰਦੀ ਹੈ। ਇੱਥੇ ਤਾਂ ਕੰਟੀਨਿਊਅਸਲੀ ਕੰਜੈਕਟਿਵਲੀ ਇਸ਼ੂ ਚੱਲਦਾ ਹੀ ਰਹਿੰਦਾ, ਬਰਕਰਾਰ ਰਹਿੰਦਾ ਦੋਵਾਂ ਦੇ ਵਿੱਚ। ਦੂਜਾ ਕਾਰਨ ਕੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਤਾਨਾਸ਼ਾਹ ਰਵੱਈਏ ਨਾਲ ਸਭ ਕੁਝ ਚਲਾਉਣਾ ਚਾਹੁੰਦੀ ਹੈ। ਦੇ ਡੂ ਨਾਟ ਵਾਂਟ ਟੂ ਵਰਕ ਇਨ ਟੈਂਡਮ, ਇਕੱਠੇ ਕੰਮ ਨਹੀਂ ਕਰਨਾ ਚਾਹੁੰਦੀ। ਤੀਜਾ ਕਾਰਨ ਇਹ ਹੈ ਕਿ ਇਹ ਕਨਸਟੀਟਿਊਸ਼ਨਲ ਪੋਸਟ ਦੀ ਕੋਈ ਰਿਸਪੈਕਟ ਨਹੀਂ ਕਰਦੇ, ਕੋਈ ਮਾਨ ਮਰਿਆਦਾ ਨਹੀਂ ਰੱਖਦੇ। ਹੁਣ ਚੌਥਾ ਪੁਆਇੰਟ ਕੀ ਹੈ ਗੌਰਵ ਜੀ? ਇਹ ਟਸਲ ਦੇ ਪਿੱਛੇ ਕਾਰਨ ਕੀ ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਗੌਰਵ ਜੀ। ਦਿੱਲੀ ਦੀ ਟਸਲ ਦੇ ਪਿੱਛੇ ਆਮ ਆਦਮੀ ਪਾਰਟੀ ਨੂੰ ਮੇਰਾ ਸਵਾਲ ਹੈ ਕਿ ਦਿੱਲੀ ਸਰਕਾਰ ਤੇ ਗਵਰਨਰ ਸਾਹਿਬ ਦੀ ਟਸਲ ਹੈ ਕਿ ਉਹਦੇ ਪਿੱਛੇ ਕਾਰਨ ਇਹ ਤਾਂ ਨਹੀਂ ਵੀ ਗਵਰਨਰ ਸਾਹਿਬ ਨੇ ਲਿਕਰ ਪਾਲਿਸੀ ਤੇ ਸਵਾਲਾਤ ਖੜੇ ਕਰਤੇ ਸੀਗੇ ਤੇ ਉਹਦੇ ਬਾਅਦ ਤੁਹਾਡੇ ਮਿਨਿਸਟਰਾਂ ਤੇ ਕੇਸ ਹੋ ਗਿਆ ਸੀਗਾ ਤਾਂ ਤੁਸੀਂ ਟਸਲ ਬਣਾ ਲਈ। ਦੂਜਾ, ਪੰਜਾਬ ਦੇ ਵਿੱਚ ਟਸਲ ਦਾ ਇਹ ਮਸਲਾ ਤਾਂ ਨਹੀਂ, ਮਕਸਦ ਤਾਂ ਨਹੀਂ ਵੀ ਕਟਾਰੂ ਚੱਕ ਸਾਹਿਬ ਦੇ ਇਸ਼ੂ ਤੇ ਗਵਰਨਰ ਸਾਹਿਬ ਨੇ 3 ਵਾਰੀ ਖਤ ਲਿਖਤਾ ਤੁਹਾਨੂੰ। ਤੀਜਾ ਤੁਸੀਂ ਦੇਖੋ ਗੌਰਵ, ਹੁਣ 2 ਚੀਜ਼ਾਂ ਪੁਰਾਣਾ, ਪਰ ਇਹ ਟਸਲ ਤਾਂ ਪੁਰਾਣੀ ਹੈ। ਕਟਾਰੂ ਚੱਕ ਵਾਲਾ ਜਿਹੜਾ ਕਟਾਰੂ ਚੱਕ ਸਾਹਿਬ ਦਾ ਮਾਮਲਾ ਉਹ ਨਵਾਂ, ਮੈਂ ਬਿਲਕੁਲ ਨਵਾਂ, ਪਰ ਉਹ ਤੋਂ ਪਹਿਲਾਂ ਵੀ ਗਵਰਨਰ ਸਾਹਿਬ ਲੋਕਾਂ ਦੇ ਸਵਾਲ ਪੁੱਛ ਰਹੇ ਸੀ ਨਾ। ਕਟਾਰੂ ਚੱਕ ਸਾਹਿਬ ਵਾਲਾ ਵੀ ਸਵਾਲ ਲੋਕਾਂ ਦਾ ਪੁੱਛਿਆ ਹੋਇਆ ਹੈ। ਗਵਰਨਰ ਸਾਹਿਬ ਤਾਂ ਸਿਰਫ ਮਾਊਥਪੀਸ ਐਜ਼ ਮਾਊਥਪੀਸ ਐਕਟ ਕਰ ਰਹੇ ਹੈ। ਉਦੋਂ ਪਹਿਲਾਂ ਟੀਚਰਸ ਨੂੰ ਕਿਉਂ ਭੇਜ ਰਹੇ ਹੋ, ਦਿੱਲੀ ਤੋਂ ਲੋਕ ਕਿਉਂ ਆ ਰਹੇ ਆ, ਬੜੇ ਸਵਾਲ ਪੁੱਛੇ ਸੀ, ਜਵਾਬ ਕੋਈ ਨਹੀਂ ਆਇਆ। ਹੁਣ ਦੂਜੀ ਗੱਲ ਕਰੋ ਜੀ, ਦਿੱਲੀ ਵਾਲਾ ਮਸਲਾ ਦੇਖੋ, ਇਹ ਪ੍ਰੋਲੋਂਗ ਕਰ ਰਿਹਾ, ਪੋਲਿਟਿਕਸ ਕਿਵੇਂ ਕਰ ਰਿਹਾ ਸਮਝਣ ਦੀ ਲੋੜ ਹੈ। ਦਿੱਲੀ ਦੇ ਵਿੱਚ ਜੂਨ ਦੇ ਵਿੱਚ ਇਹ ਕੋਰਟ ਜਾ ਸਕਦੇ ਸੀਗੇ। 2 ਆਨਰੇਬਲ ਸੁਪਰੀਮ ਕੋਰਟ ਦੀ ਕਨਸਟੀਟਿਊਸ਼ਨ ਬੈਂਚ ਦੀਆਂ ਜਜਮੈਂਟਸ ਹੈ ਤੁਹਾਡੇ ਫੇਵਰ 'ਚ, ਤੁਸੀਂ ਫਿਰ ਵੀ ਜੂਨ ਦੇ ਵਿੱਚ ਕੋਰਟ ਨਾ ਜਾਓ। ਇਥੋਂ ਪਤਾ ਲੱਗਦਾ ਪੋਲਿਟਿਕਸ ਕਰ ਰਹੇ ਹੋ। ਕੇਜਰੀਵਾਲ ਸਾਹਿਬ ਕਹਿੰਦੇ ਜੁਲਾਈ 'ਚ ਜਾਵਾਂਗੇ, ਵੇਕੇਸ਼ਨ ਬੈਂਚ ਮਹਿੰਗਾ। ਮੈਂ ਆਪ ਅੱਜ ਕੋਰਟ ਗਿਆ ਸੀਗਾ, ਹੋਰ ਲਾਇਰਸ ਬੜੇ ਜਾ ਰਹੇ ਹੈ, ਨਹੀਂ ਗਏ ਰਾਜਨੀਤੀਕਰਨ ਕਰਕੇ। ਦੂਜਾ ਕਾਰਨ, ਪੰਜਾਬ ਦੇ ਵਿੱਚ ਵਿਕਟਮ ਕਾਰਡ ਖੇਡਣਾ ਚਾਹੁੰਦੇ ਗੌਰਵ ਜੀ, ਸਿੰਪਥੀ ਬਟੋਰਨਾ ਚਾਹੁੰਦੇ ਹੈ, ਲੋਕਾਂ ਦਾ ਸਮਰਥਨ ਲੈਣਾ ਚਾਹੁੰਦੇ ਆ, 2024 ਦੀ ਤਿਆਰੀ ਕਰ ਰਹੇ ਆ। ਹੁਣ ਅੱਗੇ ਜ਼ਰੂਰੀ, ਗਵਰਨਰ ਸਾਹਿਬ ਨੂੰ 4 ਦਫਾ ਬਾਰਡਰ ਡਿਸਟ੍ਰਿਕਟ ਕਿਉਂ ਜਾਣਾ ਪਿਆ? ਨਸ਼ੇ ਦਾ ਮਸਲਾ ਬਹੁਤ ਵੱਡਾ ਬਣ ਗਿਆ। ਹੁਣ ਸੀਐਮ ਸਾਹਿਬ ਇੱਕ ਬਹੁਤ ਇੰਪੋਰਟੈਂਟ ਇਸ਼ੂ ਦੇ ਵਿੱਚ ਬਿਜ਼ੀ ਸੀਗੇ। ਠਾਕਰੇ ਸਾਹਿਬ ਨੂੰ ਮਿਲਣਾ ਸੀਗਾ, ਮਮਤਾ ਜੀ ਨੂੰ ਮਿਲਣਾ ਸੀਗਾ, ਸ਼ਰਦ ਪਵਾਰ ਸਾਹਿਬ ਨੂੰ ਮਿਲਣਾ ਸੀਗਾ, ਦਿੱਲੀ ਦੀ ਲੜਾਈ ਨੂੰ ਪੰਜਾਬ ਦੀ ਲੜਾਈ ਬਣਾਉਣਾ ਸੀਗਾ, ਨਹੀਂ ਵਿਚਾਰੇ ਟਾਈਮ ਕੱਢ ਸਕੇ, ਗਵਰਨਰ ਸਾਹਿਬ ਨੂੰ 4 ਦਫਾ ਜਾਣਾ ਪੈ ਗਿਆ। ਦੂਜੀ ਚੀਜ਼ ਤੁਸੀਂ ਇਹ ਦੇਖੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਸੁਪਰੀਮ ਕੋਰਟ ਦੀਆਂ ਗੱਲਾਂ ਕਰਦੀ ਹੈ। ਪਹਿਲਾ ਸਵਾਲ, ਸੁਪਰੀਮ ਕੋਰਟ ਤੁਸੀਂ ਕਹਿ ਰਹੇ ਹੋ ਵੀ ਅਸੀਂ ਜਾ ਕੇ ਜਸਟਿਸ ਲਿਆ, ਇਹਨਾਂ ਨੂੰ ਪੁੱਛੋ ਪੈਸਾ ਕਿਹਨੇ ਖਰਚਿਆ ਸੁਪਰੀਮ ਕੋਰਟ 'ਚ ਲਾਇਰ ਇੰਗੇਜ ਕਰਨ ਲਈ ਤੇ ਕਿੰਨਾ ਪੈਸਾ ਖਰਚ ਹੋਇਆ। ਦੂਜੀ ਗੱਲ ਪੁੱਛੋ ਇਹਨਾਂ ਨੂੰ ਕਿ ਸੁਪਰੀਮ ਕੋਰਟ ਦੇ ਵਿੱਚ ਜੋ ਤੁਸੀਂ ਗਏ ਸੀ ਤੇ ਆਨਰੇਬਲ ਸੁਪਰੀਮ ਕੋਰਟ ਨੇ ਕੀ ਕਿਹਾ? ਸੁਪਰੀਮ ਕੋਰਟ ਕਿਹਾ ਕਿ ਤੁਸੀਂ ਡਿਊਟੀ ਬਾਉਂਡ ਹੋ, ਜੇ ਤੁਹਾਨੂੰ ਗਵਰਨਰ ਸਾਹਿਬ ਸਵਾਲ ਪੁੱਛਣਗੇ ਤਾਂ ਇਨਫੋਰਮੇਸ਼ਨ ਦੇਣੀ ਹੀ ਪੈਣੀ ਹੈ। ਠੀਕ ਹੈ ਜੀ, ਠੀਕ ਹੈ ਖੜਾਲ ਸਾਹਿਬ, ਕੰਪਲੀਟ ਕਰ ਲਓ ਤੁਸੀਂ, ਤੁਹਾਡੇ ਪੁਆਇੰਟਸ ਆ ਗਏ, ਮੈਂ ਇਹਨਾਂ ਦੇ ਉੱਪਰ ਜਵਾਬ ਲਵਾਂਗਾ। ਕੰਪਲੀਟ ਕਰਾਂ 10 ਸੈਕਿੰਡ ਹੋਰ। ਆਰਟੀਕਲ 167 ਗੌਰਵ ਜੀ ਕਹਿੰਦਾ ਕਿ ਡਿਊਟੀ ਬਾਉਂਡ ਨੇ ਇਹ, ਉਹਦੇ ਬਾਵਜੂਦ 10 ਖਤਾ ਦਾ ਜਵਾਬ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤਾ। ਦੂਜੀ ਗੱਲ ਗੌਰਵ ਜੀ ਇਹ ਹੈ ਕਿ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਬੈਂਚ ਨੇ ਕੀ ਗੱਲ ਕਹੀ, ਜੋ ਟਵੀਟ ਇਹਨਾਂ ਨੇ ਕੀਤਾ, ਜੋ ਸਟੇਟਮੈਂਟਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੀਆਂ, ਆਨਰੇਬਲ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਕਿ ਐਕਸਟ੍ਰੀਮਲੀ ਡੈਰੋਗੇਟਰੀ ਨੇ। ਦੂਜੀ ਕੀ ਗੱਲ ਕਹੀ? ਪੇਟੈਂਟਲੀ ਅਨਕਨਸਟੀਟਿਊਸ਼ਨਲ ਨੇ। ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਕੀ ਕਹਿੰਦੇ ਆ ਵੀ ਆਨਰੇਬਲ ਗਵਰਨਰ ਸਾਹਿਬ ਨੂੰ ਗਰਿਮਾ ਬਣਾ ਕੇ ਰੱਖਣੀ ਚਾਹੀਦੀ ਹੈ। ਤੇ ਭਗਵੰਤ ਮਾਨ ਸਾਹਿਬ ਦਾ ਬਿਆਨ ਸੁਣ ਲਓ, ਬਿਆਨ ਕੀ ਹੈ ਭਗਵੰਤ ਮਾਨ ਸਾਹਿਬ ਦਾ? ਆਈ ਕੋਟ ਹਿਮ, ਉਸਨੇ ਕਿਹਾ ਪਹਿਲਾ। ਦੂਜਾ, ਹਾਊਸ में आके वो हाउस से आके कहता कि मैं नहीं, हिंदी बोले सीगे, हाउस में आके कहता मैं मेरी सरकार नहीं कहूंगा।
ਹੁਣ ਗੌਰਵ ਜੀ ਮੈਂ ਪਾਸੀ ਸਾਹਿਬ ਨੂੰ ਪੁੱਛਦਾ ਉਸਨੇ ਕਹਾ हाउस में आके उसने कहा कि मैं मेरी सरकार नहीं कहूंगा इत्थों दी साडा कल्चर है ये रिस्पेक्ट है कॉन्स्टिट्यूशन ठीक है चलो मैं इसके ऊपर भी जवाब लवांगा ये बहुत चर्चा जरूर चल रही है पासी साहब आंसर करियो पर उस तो पहला मैं कलेट साहब दा रुख करदा कलेट साहब कहंदे ने कि ताड़ी तां दो हत्थ दे नाल वजदी है विरोधी तरह इंक्लूडिंग कांग्रेस ते बीजेपी आम आदमी पार्टी दे ऊपर जरूर इल्जाम लगा रही है अकाली दल इसनूं किवें देखदा तुहानूं लगदा है कि एक पासे दी ही पूरी गलती है या दूजे पासे दी भी अकाली दल नूं लगदा कि राजपाल साहब दे वल्लों जिस तरीके नाल सवाल चुके जा रहे ने उन्हां दे उपर भी क्वेश्चन मार्क है गौरव जी देखो मैं बड़ा स्पष्ट तौर ते पहला तो आम आदमी पार्टी नूं सवाल पुछदा कि आम आदमी पार्टी इस तरीके दे नाल क्यों बिहेव करदी है जिद्दां पंजाब डिस्कवरी इन्हां ने कीता इस तो पहला तो पंजाब है नहीं सी ये नवां टापू है जिहड़ा आम आदमी पार्टी ने लभ्या उरे सरकारां पहलां भी रहीआं ने और मैं याद करा दियां दर्शक जानते ने मैमरी रिफ्रेश कर दईए श्रोमणी अकाली दल ने हमेशा सूबे दे वध अधिकारां दी गल कीती है श्रोमणी अकाली दल ने केंद्र दी धक्केशाही दे खिलाफ लड़ाइयां लड़ियां ने और ऐसे भी मोड़ आए ने इस देश दी राजनीति च जदों रातों रात श्रोमणी अकाली दल दीयां सरकारां उस समय दी केंद्र कांग्रेस दी सरकार इंदिरा गांधी वालों तोड़ियां भी गईयां ने पर कदे राजनीति दे विच एडा माड़ा ते गंदा निगार नहीं सी आया जो अज आम आदमी पार्टी जिस तरीके की राजनीति कर रही है देखो मैं भगवंत मान साहब नूं पूछना चाहुंदा कि जिहड़ा पंजाब जिन्हें एमरजेंसी के खिलाफ लड़ाई लड़ी जिन्हें देश दे विच सूबियां दे वध अधिकारां दी लड़ाई लड़ी अज वो लड़ाई कादी लड़ रहा है एक बदफैली वाला मंत्री जिहदे ते एक माइनर दे नाल बदफैली करन दे इल्जाम ने ओनू बचाउण दे लई गवर्नर दे नाल लड़ रहे और ये लड़ाई शुरू कित्थों होंदी है गवर्नर जी गवर्नर साहब दी ये देखण वाली गल है तुहानूं याद होवे आम आदमी पार्टी ने एक टीआरपी एक्सरसाइज की कि जी साडे एमएलए नूं कोई खरीद रहा है हुण असीं विधान सभा दा सैशन लावांगे ਉਹਦੇ ਚ ਦੱਸਾਂਗੇ ਸਾਡੇ ਐਮਐਲਏ ਨੂੰ ਕੌਣ ਖਰੀਦ ਰਿਹਾ ਹੈ ਇਹ ਪਹਿਲਾ ਉਹ ਸੈਸ਼ਨ ਸੀ ਜਿਹਦਾ ਗਵਰਨਰ ਸਾਹਿਬ ਨੇ ਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਸੀ ਉੱਥੋਂ ਟਸਲ ਚੱਲੀ ਸੀ ਇਹ ਮੈਂ ਅੱਜ ਸਵਾਲ ਕਰਦਾ ਉਹਦੇ ਪ੍ਰਵਕਤਾ ਬੈਠੇ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਨੇ ਇੱਕ ਡੀਜੀਪੀ ਨੂੰ ਸ਼ਿਕਾਇਤ ਦਿੱਤੀ ਸੀ ਵਿੱਤ ਮੰਤਰੀ ਆਪ ਦੇ ਕੇ ਆਏ ਸੀ ਹਰਪਾਲ ਚੀਮਾ ਕੀ ਬਣਿਆ ਜੀ ਉਸ ਸ਼ਿਕਾਇਤ ਦਾ ਕਿਹੜਾ ਉਹਦੇ ਚ ਕਾਰਵਾਈ ਹੋਈ ਕਿਹਦੇ ਖਿਲਾਫ ਐਫਆਈਆਰ ਹੋਈ ਕੌਣ ਫੜਿਆ ਗਿਆ ਕੌਣ ਖਰੀਦ ਰਿਹਾ ਸੀ ਆਓ ਪਹਿਲਾਂ ਆਪਾਂ ਪੰਜਾਬੀਆਂ ਨੂੰ ਦੱਸੀਏ ਔਰ ਦੂਸਰੀ ਜਿਹੜੀ ਗੱਲ ਕਰਦੇ ਨੇ देखो मैं भगवंत मान साहब ने गल पूछनी चाहना कि केंद्र दे तुसी जाने हो सुप्रीम कोर्ट उत्थे जाके तुसी पंजाब सरकार दे हथ तां आप बढ़ा के आए हो जेड़ी पटीशन पंजाब सरकार ने पाई ओदे च सुप्रीम कोर्ट ने की कहा कि जिस तरीके दी शब्दावली पंजाब सरकार दे मुखी भगवंत मान वरत रहे ने वो बहुत निंदनीय है ये सुप्रीम कोर्ट दी टिप्पणी है दूजी टिप्पणी की सी जेड़ा 167 है ओदे तहत कि जी जो इन्फॉर्मेशन गवर्नर साहब मंगते ने तुसी देण दे पाबंद हो हथ तां तुसी आप बढ़ा के आए हो पटीशन तुसी पाई हुण गवर्नर साहब तां उस पटीशन दे ऑर्डर दे नाल थोड़ी बाह मरोड़ रहे ने जबकि मैं फिर दोबारा क्लीयर कर दियां कि श्रोमणी अकाली दल ने हमेशा गल कही है कि गवर्नर साहब नूं पंजाब सरकार दी कारगुजारी जिहड़ी रूटीन है ਉਹਦੇ ਚ ਦਖਲ ਨਹੀਂ ਦੇਣਾ ਚਾਹੀਦਾ ਜਦੋਂ ਬਾਰਡਰ ਸਟੇਟ ਦੇ ਵਿੱਚ ਗਏ ਸੀ ਬਾਰਡਰ ਏਰੀਆ ਦੇ ਵਿੱਚ ਗਏ ਸੀ ਤਾਂ ਲੱਗਦਾ ਦਖਲ ਦੇ ਰਹੇ ਨੇ ਨਹੀਂ ਉਦੋਂ ਵੀ ਅਸੀਂ ਕਿਹਾ ਸੀ ਕਿ ਨਹੀਂ ਦੇਣਾ ਚਾਹੀਦਾ ਹੁਣ ਵੀ ਬਾਰਡਰ ਏਰੀਆ ਚ ਘੁੰਮ ਕੇ ਆਏ ਨੇ ਜੂਨ ਦੇ ਪਹਿਲੇ ਹਫਤੇ ਦੋ ਇਸ਼ੂਜ਼ ਬੜੇ ਇੰਪੋਰਟੈਂਟ ਹੈ ਗੌਰਵ ਜੀ ਅਗਰ ਗਵਰਨਰ ਸਾਹਿਬ ਨੇ ਸਿੱਧੀ ਟਿੱਪਣੀ ਕਰਤੀ ਹੈ ਇੱਕ ਮੰਤਰੀ ਜਿਹਦੀ ਵੀਡੀਓ ਹੈ ਜਿਹੜੀ ਕਿ ਵੀਡੀਓ ਤਸਦੀਕ ਹੋ ਚੁੱਕੀ ਹੈ ਤਾਂ ਹੁਣ ਐਸਾ ਕਿਹੜਾ ਲੈਣ ਦੇਣ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਚੱਲਦਾ ਕੇਜਰੀਵਾਲ ਸਾਹਿਬ ਤੱਕ ਕਿ ਕਟਾਰੂ ਚੱਕ ਨੂੰ ਹਟਾ ਹੀ ਨਹੀਂ ਪਾ ਰਹੇ ਦੇਖੋ ਨੈਤਿਕਤਾ ਕਿੱਥੇ ਗਈ ਤੁਹਾਡੀ ਇੱਕ ਮੰਤਰੀ ਤੇ ਬਦਫੈਲੀ ਦੇ ਇਲਜ਼ਾਮ ਨੇ ਵਿਕਟਮ ਮੀਡੀਆ ਦੇ ਅੱਗੇ ਆ ਗਿਆ ਵਿਕਟਮ ਨੇ ਐਸਸੀ ਕਮਿਸ਼ਨ ਤੱਕ ਪਹੁੰਚ ਕਰਤੀ ਪਰ ਮੁੱਖ ਮੰਤਰੀ ਉਹਨੂੰ ਹਟਾ ਨਹੀਂ ਰਹੇ ਇਹ ਹੁਣ ਕਿਹੜਾ ਲੈਣ ਦੇਣ ਸਰਕਾਰ ਚੱਲ ਰਿਹਾ ਨੰਬਰ 1 ਨੰਬਰ 2 ਹੁਣ ਗਵਰਨਰ ਸਾਹਿਬ ਤੁਹਾਨੂੰ ਪੁੱਛਦੇ ਨੇ ਭਾਈ ਤੁਸੀਂ ਤਾਂ ਮੈਨੂੰ ਦੇਣ ਦੇ ਇਨਫੋਰਮੇਸ਼ਨ ਦੇਣ ਦੇ ਪਾਬੰਦ ਹੋ ਤਾਂ ਉਹ ਕਿਉਂ ਕਹਿੰਦੇ ਨੇ ਕਿਉਂਕਿ ਸੁਪਰੀਮ ਕੋਰਟ ਨੇ ਕਹਿਤਾ ਉਹ ਪਟੀਸ਼ਨ ਕਿਹਨੇ ਪਾਈ ਤੁਸੀਂ ਸੋ ਤੁਸੀਂ ਆਪ ਹੀ ਗਏ ਤੁਸੀਂ ਆਪ ਹੀ ਪੰਜਾਬ ਦੇ ਹੱਕ ਸਰੈਂਡਰ ਕਰਕੇ ਆ ਗਏ ਹੁਣ ਉਰੇ ਆ ਕੇ ਤੁਸੀਂ ਰੌਲਾ ਪਾ ਰਹੇ ਹੋ ਕਿ ਜੀ ਅਸੀਂ ਨਹੀਂ ਇਹ ਚੀਜ਼ ਕਰਦੇ ਅਸੀਂ ਨਹੀਂ ਗਵਰਨਰ ਸਾਹਿਬ ਨੂੰ ਇਨਫੋਰਮੇਸ਼ਨ ਦਿੰਦੇ ਸੋ ਜਿਹੜੇ ਹਾਲਾਤ ਇਹ ਲੋਕਾਂ ਨੇ ਪੰਜਾਬ ਦੇ ਬਣਾਤੇ ਨੇ ਦੇਖੋ ਇਹ ਦਿੱਲੀ ਦਾ ਫੇਲ ਮਾਡਲ ਹੈ ਉੱਥੇ ਕੇਜਰੀਵਾਲ ਸਾਹਿਬ ਕਰਦੇ ਸੀ ਕਿ ਹਮੇ ਕੰਮ ਨਹੀਂ ਕਰਨੇ ਦਿਆ ਜਾ ਰਿਹਾ ਜੀ ਉਹੀ ਭਗਵੰਤ ਮਾਨ ਸਾਹਿਬ ਨੇ ਫੜ ਲਿਆ ਮੇਰਾ ਕਹਿਣ ਦਾ ਸਿੱਧਾ ਇੱਕੋ ਮਕਸਦ ਹੈ ਕਿ ਉਰੇ ਅੱਗੇ ਅਕਾਲੀ ਦਲ ਦੀ ਸਰਕਾਰ ਰਹੀ ਕੇਂਦਰ 'ਚ ਕਾਂਗਰਸ ਰਹੀ ਸਰਕਾਰਾਂ ਟੁੱਟੀਆਂ ਪਰ ਕਦੇ ਅਕਾਲੀ ਦਲ ਨੇ ਇਹ ਨਹੀਂ ਕਿਹਾ ਕਿ ਕੰਮ ਨਹੀਂ ਕਰਨੇ ਦਿਆ ਜਾ ਰਿਹਾ ਜੀ ਸੋ ਇਹ ਪੰਜਾਬ ਦੇ ਵਿੱਚ ਹਮੇਸ਼ਾ ਹੁੰਦਾ ਆਇਆ ਹੈ ਕਿੱਥੇ ਗਈ ਪੰਜਾਬ ਦੀ ਡਿਵੈਲਪਮੈਂਟ ਕਿੱਥੇ ਗਿਆ ਲਾਅ ਐਂਡ ਆਰਡਰ ਅਲੱਗ-ਅਲੱਗ ਮੁੱਦਿਆਂ ਤੇ ਤਕਰਾਰ ਤਾਂ ਪਹਿਲਾਂ ਵੀ ਹੁੰਦੀ ਰਹੀ ਹੈ ਨਹੀਂ ਮੈਂ ਤਕਰਾਰ ਤਾਂ ਹੁੰਦੀ ਰਹੀ ਹੈ ਕਿ ਕਦੇ ਕੋਈ ਵਿਧਾਨ ਸਭਾ 'ਚ ਬਿੱਲ ਪਾਸ ਹੋ ਗਿਆ ਰਾਜਪਾਲ ਸਾਹਿਬ ਨੇ ਉਹਦੇ ਉੱਪਰ ਸਾਈਨ ਨਹੀਂ ਕੀਤੇ ਅੱਗੇ ਨਹੀਂ ਭੇਜਿਆ
ਇਹ ਸਾਰੀਆਂ ਚੀਜ਼ਾਂ ਚੱਲਦੀਆਂ ਤਕਰਾਰ ਹੁੰਦੀ ਸੀ ਮੁੱਦਿਆਂ ਦੀ, ਜੀ। ਤਕਰਾਰ ਹੁੰਦੀ ਸੀ ਸੂਬੇ ਦੇ ਅਧਿਕਾਰਾਂ ਦੀ। ਅੱਜ ਕਿਹੜੇ ਮੁੱਦੇ ਦੀ ਜਿੱਦਾਂ ਤੁਹਾਨੂੰ ਮੈਂ ਲੱਗ ਰਿਹਾ? ਕਿਹਾ, ਅੱਜ ਤਕਰਾਰ ਕਾਦੀ ਹੋ ਰਹੀ ਹੈ ਕਿ ਜੀ ਸਾਡੇ ਐਮਐਲਏ ਨੂੰ ਕੋਈ ਖਰੀਦ ਰਿਹਾ, ਅਸੀਂ ਸੈਸ਼ਨ ਲਾਉਣਾ ਹੈ। ਜੀ। ਮੈਂ ਪਹਿਲਾਂ ਕਹਿਣਾ ਕਿ ਅੱਜ ਪੰਜਾਬ ਸਰਕਾਰ ਨੇ ਆਪਣੇ ਡੀਜੀਪੀ ਦੀ ਕਾਰਗੁਜ਼ਾਰੀ ਤੇ ਆਪ ਸਵਾਲ ਚੱਕਿਆ ਕਿ ਅੱਜ 1 ਸਾਲ ਦੇ ਕਰੀਬ ਹੋ ਚੱਲਿਆ ਉਹ ਸ਼ਿਕਾਇਤ ਦਿੱਤੀ ਨੂੰ, ਦੱਸੋ ਜੀ ਕਿਹੜਾ ਮੁਲਜ਼ਮ ਫੜਿਆ? ਇਹਦਾ ਮਤਲਬ ਪੰਜਾਬ ਪੁਲਿਸ ਦੀ ਕੰਪੀਟੈਂਸ ਮਿੱਟੀ। ਤੁਸੀਂ ਵਿੱਤ ਮੰਤਰੀ ਜਾ ਕੇ ਡੀਜੀਪੀ ਨੂੰ ਸ਼ਿਕਾਇਤ ਦੇਣ ਤੇ ਕੋਈ ਕਾਰਵਾਈ ਨਾ ਹੋਵੇ। ਹੁਣ ਦੂਜਾ ਸਵਾਲ ਦੇਖੋ, ਜੇ ਗਵਰਨਰ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਮੰਤਰੀ ਦੇ ਉੱਤੇ ਸੰਗੀਨ ਇਲਜ਼ਾਮ ਹੈ, ਕੀ ਐਸੀ ਮਜਬੂਰੀ ਹੈ ਕਿ ਤੁਸੀਂ ਨਹੀਂ ਹਟਾ ਰਹੇ? ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਕੀ ਹਾਲਾਤ ਨੇ? ਨਸ਼ਾ, ਗੈਂਗਸਟਰ, ਲਾਅ ਐਂਡ ਆਰਡਰ। ਅੱਜ ਲੁਧਿਆਣੇ 'ਚ ਇੱਕ ਜੁਐਲਰੀ ਸ਼ਾਪ ਦੇ ਵਿੱਚ ਵੜ ਕੇ ਨਾਲੇ ਤਾਂ ਉਹਦਾ ਓਨਰ ਦਾ ਕਤਲ ਕਰਤਾ, ਨਾਲੇ ਲੁੱਟ ਕਰਕੇ ਲੈ ਗਏ। ਪੰਜਾਬ ਦੇ ਹਾਲਾਤ ਨੇ, ਸੋ ਸਵਾਲੀਆ ਨਿਸ਼ਾਨ ਬਹੁਤ ਵੱਡੇ ਨੇ। ਭਗਵੰਤ ਮਾਨ ਸਾਹਿਬ, ਗੰਦੀ ਸਿਆਸਤ ਛੱਡੋ, ਪੰਜਾਬ ਦੇ ਮੁੱਦਿਆਂ ਤੇ ਧਿਆਨ ਦਿਓ, ਲੋਕਾਂ ਨੂੰ ਪੰਜਾਬੀਆਂ ਦੇ ਮੁੱਦਿਆਂ ਦੇ ਜਵਾਬ ਦਿਓ। ਪੁਆਇੰਟ ਇਹੀ ਹੈ ਕਿ ਮੁੱਦਿਆਂ ਦੀ ਗੱਲ ਹੋ ਵੀ ਰਹੀ ਹੈ ਕਿ ਨਹੀਂ ਹੋ ਰਹੀ, ਕਿ ਵਾਕਈ ਤੇਰੀ ਸਰਕਾਰ ਮੇਰੀ ਸਰਕਾਰ ਵਾਲਾ ਪੰਜਾਬ ਦਾ ਮੁੱਦਾ ਹੈ ਜਾਂ ਨਹੀਂ। ਪਾਸੀ ਸਾਹਿਬ ਦੇਖੋ, ਤੁਸੀਂ ਕਹਿ ਰਹੇ ਹੋ ਕਿ ਜਿਹੜੇ ਇੱਕ ਐਕਟਿਵ ਪੋਲੀਟੀਸ਼ੀਅਨ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਨੇ, ਪਰ ਤੁਹਾਡੇ ਉੱਤੇ ਇਲਜ਼ਾਮ ਨੇ ਕਿ ਤੁਸੀਂ ਰਿਸਪੌਂਸੀਬਲ ਹੋ। ਤੁਹਾਡੀਆਂ ਪੋਲੀਟੀਕਲ ਪਾਰਟੀਆਂ ਤਿੰਨੇ ਇਸ ਸਮੇਂ ਪੈਨਲ ਦੇ ਵਿੱਚ ਜੋ ਮੌਜੂਦ ਨੇ, ਇੱਕ ਸੁਰ ਦੇ ਵਿੱਚ ਤੁਹਾਡੇ ਉੱਤੇ ਉਂਗਲ ਚੁੱਕ ਰਹੇ ਨੇ। ਬੀਜੇਪੀ ਤਾਂ ਚਲੋ ਤੁਸੀਂ ਕਹੋਗੇ ਕਿ ਬੀਜੇਪੀ ਉਵੇਂ ਰਿਐਕਟ ਕਰ ਰਹੀ ਹੈ, ਅਕਾਲੀ ਦਲ ਤੇ ਕਾਂਗਰਸ ਵੀ। ਗੌਰਵ ਜੀ, ਅੱਜ ਇਹ ਬੜਾ ਤਿੰਨੋਂ ਪਾਰਟੀਆਂ ਦੀ ਤੁਸੀਂ ਸੁਰ ਨੋਟ ਕਰ ਰਹੇ ਹੋ। ਮੈਂ ਸਭ ਤੋਂ ਪਹਿਲਾਂ ਜਵਾਬ ਦੇਣਾ ਚਾਹੂੰਗਾ ਕਾਂਗਰਸ ਦੀ। ਮੈਂ ਕਿਹਾ ਸੀ ਪੰਜਾਬ ਦੀ ਕਾਂਗਰਸ, ਸਾਰੀ ਕਾਂਗਰਸ ਨਹੀਂ। ਕੱਲ ਕਪਿਲ ਸਿੱਬਲ ਜੀ ਖੁੱਲ ਕੇ ਬੋਲ ਕੇ ਆਏ ਆ, ਪੰਜਾਬ ਦੀ ਕਾਂਗਰਸ ਸਰੈਂਡਰ ਕਰ ਚੁੱਕੀ ਹੈ। ਔਰ ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਬਾਜਵਾ ਬ੍ਰਦਰਸ। ਜੇ ਕਹੋਗੇ ਮੈਂ ਡਿਟੇਲ 'ਚ ਚੱਲ ਪੈਣਾ ਤਾਂ ਫਿਰ ਉਹ ਟਾਈਮ ਇਹਦੇ ਤੇ ਚਲਿਆ ਜਾਊਗਾ। ਦੂਸਰੀ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ, ਅਕਾਲੀ ਦਲ ਕਹਿੰਦੇ ਅਸੀਂ ਲੜਾਈਆਂ ਲੜੀਆਂ, ਬਿਲਕੁਲ ਕਿਸੇ ਜ਼ਮਾਨੇ 'ਚ ਲੜੀਆਂ, ਪਰ ਉਹ ਅਕਾਲੀ ਦਲ ਹੁਣ ਨਹੀਂ ਰਿਹਾ। ਅਕਾਲੀ ਦਲ ਤਾਂ ਲੜੀਆਂ ਕੱਢ ਰਿਹਾ ਬੀਜੇਪੀ ਨਾਲ ਸਮਝੌਤਾ ਕਰਨ ਲਈ। ਇਸੇ ਲਈ ਇਹਨਾਂ ਦੀ ਸੁਰ ਜਿਹੜੀ ਆ ਬੀਜੇਪੀ ਵਾਲੀ ਸੁਰ ਬਣੀ ਹੋਈ ਹੈ। ਆਪਾਂ ਚਲੋ ਪੁਆਇੰਟ ਤੇ ਆਈਏ। ਮੈਂ ਗੌਰਵ ਜੀ, ਤੁਸੀਂ ਇਹ ਲੋਕਾਂ ਨੂੰ ਸਮਝਾਓ ਕਿ ਤੁਹਾਡੇ ਉੱਤੇ ਬੀਜੇਪੀ ਕਹਿ ਰਹੀ ਹੈ ਕਿ ਟੋਟਲੀ ਰਿਸਪੌਂਸਿਬਲ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਪੂਰੀ ਤਕਰਾਰ ਦੇ ਲਈ। ਤਾਂ 3 ਸਤੰਬਰ 2013 ਨੂੰ ਮੋਦੀ ਜੀ ਨੇ ਗੁਜਰਾਤ ਦੇ ਵਿੱਚ ਗਵਰਨਰ ਦੇ ਖਿਲਾਫ ਰੈਲੀ ਕਿਉਂ ਕੀਤੀ ਸੀ? ਕਿਉਂ ਆ ਕੇ ਦਿੱਲੀ ਦੇ ਵਿੱਚ ਸ਼ੋਰ ਮਚਾਇਆ ਸੀ ਕਿ ਸੈਂਟਰ ਗਵਰਨਮੈਂਟ ਗਵਰਨਰ ਦੇ ਰਾਹੀਂ ਮੇਰੀ ਸਰਕਾਰ ਦੇ ਵਿੱਚ ਇੰਟਰਫੇਅਰ ਕਰ ਰਹੀ ਹੈ? ਕਿਉਂਕਿ ਗਵਰਨਰ ਦੀ ਪਾਵਰਾਂ ਦਾ ਮਿਸਯੂਜ਼ ਅੱਜ ਤੋਂ ਨਹੀਂ ਹੋ ਰਿਹਾ। ਸਭ ਤੋਂ ਪਹਿਲਾਂ ਇਹਦਾ ਮਿਸਯੂਜ਼ ਸਟਾਰਟ ਕੀਤਾ ਸੀ 1955 'ਚ ਸ਼ੁਰੂ ਹੋ ਗਿਆ ਸੀ। 29 ਵਾਰ ਕਾਂਗਰਸ ਨੇ ਜਿਹੜੀਆਂ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਤੋੜੀਆਂ, ਜਿਸ ਦੇ ਵਿੱਚ ਉਹ ਅਕਾਲੀ ਦਲ ਵੀ ਸੀ ਜਿਹਦਾ ਅੱਜ ਮਾਈਲੇਜ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਉਹ ਸੰਘਰਸ਼ ਕਰਦਾ ਸੀ। ਅੱਜ ਦਾ ਅਕਾਲੀ ਦਲ ਸੰਘਰਸ਼ ਨਹੀਂ ਕਰਦਾ। ਅੱਜ ਦਾ ਅਕਾਲੀ ਦਲ ਬੀਜੇਪੀ ਵੱਲ ਦੇਖ ਰਿਹਾ ਕਿ ਸਾਡੇ ਨਾਲ ਸਮਝੌਤਾ ਹੀ ਕਰ ਲਓ। ਉਸ ਤੋਂ ਇਲਾਵਾ ਕਾਂਗਰਸ ਦੀਆਂ ਜਦੋਂ ਜਨਤਾ ਪਾਰਟੀ ਦੀ ਸਰਕਾਰ ਬਣੀ ਸੀ, 9 ਸਰਕਾਰਾਂ ਇੱਕ ਦਿਨ ਦੇ ਵਿੱਚ ਤੋੜੀਆਂ ਸੀ। ਬੰਮਈ ਸਾਹਿਬ ਦੇ ਕੇਸ ਤੋਂ ਬਾਅਦ ਸੁਪਰੀਮ ਕੋਰਟ ਨੇ ਕਲੀਅਰ ਕਰਤਾ ਸੀ ਕਿ ਇਦਾਂ ਨਹੀਂ ਚੱਲਣਾ। ਉਸ ਤੋਂ ਬਾਅਦ ਹੁਣ ਮੈਂ ਗੱਲ ਕਰਦਾ, ਖੜਿਆਲ ਸਾਹਿਬ ਨੇ 167 ਆਰਟੀਕਲ ਦੀ ਗੱਲ ਕੀਤੀ ਹੈ, ਤਾਂ ਆਰਟੀਕਲ 141 ਕੀ ਕਹਿੰਦਾ ਹੈ? ਆਰਟੀਕਲ 141 ਕਹਿੰਦਾ ਹੈ ਕਿ ਜਿਹੜਾ ਵੀ ਸੁਪਰੀਮ ਕੋਰਟ ਕੋਈ ਜੱਜਮੈਂਟ ਦਿੰਦੀ ਹੈ ਇਹ ਕੰਟਰੀ ਦਾ ਲਾਅ ਹੈ। ਔਰ 163 ਆਰਟੀਕਲ ਕਿਆ ਕਹਿੰਦਾ ਹੈ ਕਿ ਗਵਰਨਰ ਸਾਹਿਬ ਨੂੰ ਕਾਉਂਸਲ ਆਫ ਮਿਨਿਸਟਰ ਦੀ ਐਡਵਾਈਸ ਤੇ ਕੰਮ ਕਰਨਾ ਪੈਂਦਾ ਹੈ। ਜਿਹੜੀ ਹੁਣ ਸੁਪਰੀਮ ਕੋਰਟ ਦੇ ਫੈਸਲੇ ਦੀ ਗੱਲ ਕਰਦੇ ਆ, ਉਹਦੇ ਵਿੱਚ ਤੁਸੀਂ ਪਟੀਸ਼ਨ ਲੈ ਕੇ ਗਏ ਸੀ ਸੁਪਰੀਮ ਕੋਰਟ ਦੇ ਵਿੱਚ। ਦੱਸ ਰਿਹਾ ਅੱਜ ਵੀ ਅੱਧੀ ਗੱਲ ਕਰ ਰਹੇ ਆ, ਪਿਕ ਐਂਡ ਚੂਜ਼। ਉਹਦੇ ਚ ਸੁਪਰੀਮ ਕੋਰਟ ਨੇ ਕਿਹਾ ਠੀਕ ਹੈ ਤੁਸੀਂ ਗਵਰਨਰ ਸਾਹਿਬ ਨੂੰ ਇਨਫੋਰਮੇਸ਼ਨ ਦੇਣੀ ਹੈ, ਬਟ ਗਵਰਨਮੈਂਟ ਇਜ਼ ਨਾਟ ਡਾਇਰੈਕਟਡ ਟੂ ਟੇਕ ਡਾਇਰੈਕਸ਼ਨਸ ਫਰਮ ਦੀ ਗਵਰਨਰ। ਉਸ ਫੈਸਲੇ ਦੇ ਵਿੱਚ ਇਹ ਲਾਈਨ ਵੀ ਕਲੀਅਰ ਲਿਖੀ ਹੋਈ ਹੈ। ਔਰ ਤੀਸਰੀ ਚੀਜ਼ ਮੈਂ ਤੁਹਾਨੂੰ ਦੱਸਦਾ, ਮਤਲਬ ਤੁਸੀਂ ਕਟਾਰੂ ਚੱਕ ਵਾਲੇ ਮਾਮਲੇ 'ਚ ਵੀ ਕਹਿ ਰਹੇ ਹੋ ਕਿ ਉਹ ਐਡਵਾਈਸ ਕਰ ਸਕਦੇ ਨੇ, ਅਸੀਂ ਐਡਵਾਈਸ ਨੂੰ ਮੰਨੀਏ, ਸਰਕਾਰ ਨਾ ਮੰਨੀਏ, ਇਸ ਦੇ ਲਈ ਪਾਬੰਦ ਨਹੀਂ ਹੈ। ਸਿੱਟ ਬੈਠ ਚੁੱਕੀ ਹੈ, ਠੀਕ ਹੈ, ਤੁਸੀਂ ਉਹਦਾ ਇੰਤਜ਼ਾਰ ਕਰੋ। ਚੰਨੀ ਸਾਹਿਬ ਤੇ ਕਿੰਨੇ ਇਲਜ਼ਾਮ ਲੱਗੇ? ਕਿਆ ਚੰਨੀ ਸਾਹਿਬ ਨੂੰ ਉਸੇ ਦਿਨ ਚੱਕ ਕੇ ਅਰੈਸਟ ਹੋ ਗਏ ਸੀ? ਉਹਦੇ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਿਰਫ ਕਿਆ ਕਰ ਰਹੇ ਹੈ, ਗਵਰਨਰ ਸਾਹਿਬ ਦੀ ਪਾਵਰ ਨੂੰ ਪੋਲੀਟੀਕਲੀ ਯੂਜ਼ ਕਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ। ਠੀਕ ਹੈ ਜੈਬਾਨ ਜੀ, ਬਹੁਤ ਸਾਰੇ ਐਲੀਗੇਸ਼ਨਸ ਦੇ ਵਿਚਾਲੇ ਤੁਸੀਂ ਕਹਿ ਰਹੇ ਸੀ ਕਿ ਨਹੀਂ ਇਸ ਤਰੀਕੇ ਨਾਲ ਨਹੀਂ ਹੁੰਦਾ, ਪਰ ਉਹ ਕਹਿ ਰਹੇ ਕਿ 2000 ਇਨਫੈਕਟ ਇਹ ਗੱਲ ਬਹੁਤ ਵਾਰੀ ਪਹਿਲਾਂ ਵੀ ਤੁਹਾਡੇ ਸਾਹਮਣੇ ਆ ਚੁੱਕੀ ਹੈ ਕਿ ਜਦੋਂ ਗੁਜਰਾਤ ਦੇ ਰਾਜਪਾਲ ਨੂੰ ਲੈ ਕੇ ਸਵਾਲ ਚੁੱਕੇ ਗਏ ਸਨ, ਉਸ ਸਮੇਂ ਦੇ ਗੁਜਰਾਤ ਦੇ ਮੁੱਖ ਮੰਤਰੀ ਜੋ ਮੌਜੂਦਾ ਦੇਸ਼ ਦੇ ਕਮਲਾ ਬੈਨੀਵਾਲ ਜੀ ਸੀ ਉਦੋਂ ਗਵਰਨਰ। ਹਾਂਜੀ ਦੇਖ ਲਓ, ਇਹਨਾਂ ਨੇ ਦੱਸ ਦਿੱਤਾ। ਹੁਣ ਦੇਖੋ ਨਵੀਂ ਪਾਰਟੀ ਹੈ ਗੌਰਵ ਜੀ, ਨਵੀਂ ਪਾਰਟੀ ਹੈ ਤੇ ਇਹਨਾਂ ਨੇ ਆਪਣੇ ਤਰੀਕੇ ਤੇ ਨੈਰੇਟਿਵਸ ਤੇ ਪਾਲਿਸੀ ਸਭ ਕੁਝ ਬਣਾਇਆ ਹੋਏਗਾ। ਤੇ ਇਹਨਾਂ ਨੇ ਜਿਹੜੀਆਂ ਪੁਰਾਣੀਆਂ ਪਾਰਟੀਆਂ ਦੇ ਕੋਲੋਂ ਐਕਸਪੀਰੀਅੰਸ ਲੈ ਕੇ ਜੋ ਬਣਾਇਆ, ਉਥੋਂ ਜਿਹੜੇ ਤਰੀਕੇ ਨਾਲ ਪਾਸੀ ਸਾਹਿਬ ਨੂੰ ਸਭ ਕੁਝ ਪਤਾ ਹੈ, ਉਦੋਂ ਬਿਲਕੁਲ ਕਲੀਅਰ ਹੋ ਜਾਂਦਾ ਹੈ ਕਿ ਇਹਨਾਂ ਨੇ ਪਾਲਿਸੀ ਜਿਹੜੀ ਨਵੀਂ ਪਾਰਟੀ ਨੇ ਬਣਾਈ ਇਹ ਹੈ ਕਿ ਅਸੀਂ ਉਸ ਚੀਜ਼ ਨੂੰ ਫੋਲੋ ਕਰਾਂਗੇ ਜਿਹਦੇ ਵਿੱਚ ਗਵਰਨਰ ਦੇ ਨਾਲ ਟਕਰਾਰ ਕਰਕੇ ਤੇ ਚੀਫ ਮਿਨਿਸਟਰ ਜਿਹੜੇ ਨੇ ਉਹ ਗਵਰਨਰ ਦੇ ਨਾਲ ਬਦਫੈਲੀ ਕਰਦੇ ਨੇ। ਇਹ ਤੇ ਨਵੀਂ ਪਾਰਟੀ ਹੈ, ਇਹਨਾਂ ਦੀ ਨਵੀਂ ਸੋਚ ਸੀਗੀ, ਕੋਈ ਨਵੀਂ ਚੀਜ਼ ਕਰ ਲੈਂਦੇ। ਹਰ ਚੀਜ਼ ਦੇ ਵਿੱਚ ਕੁਛ ਨਾ ਕੁਛ ਕੱਢ ਕੇ ਤੇ ਗੱਲ ਕਰਦੇ ਨੇ। ਅੱਜ ਦੇ ਦਿਨ ਦੇ ਵਿੱਚ 3 ਪਾਰਟੀ ਇਹਨਾਂ ਨੂੰ
ਦਿਲ ਤੋਂ ਐਡਵਾਈਸ ਦੇ ਰਹੀਆਂ ਨੇ ਕਿ ਜੋ ਤੁਸੀਂ ਕਰ ਰਹੇ ਹੋ, ਜਿਸ ਤਰੀਕੇ ਦੇ ਨਾਲ ਤੁਸੀਂ ਸੂਬਾ ਚਲਾ ਰਹੇ ਹੋ, ਜਿਸ ਤਰੀਕੇ ਨਾਲ ਤੁਸੀਂ ਨੈਗੇਟਿਵਿਟੀ ਲੈ ਕੇ ਆ ਰਹੇ ਹੋ, ਜੋ ਤੁਸੀਂ ਸ਼ਬਦਾਵਲੀ ਕਰ ਰਹੇ ਹੋ, ਉਹ ਠੀਕ ਨਹੀਂ ਹੈ। ਪਾਸੀ ਸਾਹਿਬ ਨੂੰ ਇਸ ਚੀਜ਼ ਨੂੰ ਮੰਨ ਲੈਣਾ ਚਾਹੀਦਾ ਹੈ ਤੇ ਜਾ ਕੇ ਅੱਜ ਦੀ ਡਿਬੇਟ ਦੇ ਬਾਰੇ 'ਚ ਆਪਣੇ ਸੀਨੀਅਰਸ ਨੂੰ ਤੇ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਬਈ ਏਦਾਂ ਇਹ ਹੈਗਾ ਜਨਤਾ ਦਾ ਮੂਡ, ਕਿਉਂਕਿ ਵੀ ਆਰ ਰਿਪਰੈਜ਼ੈਂਟਿੰਗ ਆਰ ਪੀਪਲ ਇਨ ਆਰ ਪਾਰਟੀ, ਤੇ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਇਹ ਮੂਡ ਹੈ ਤੇ ਅਸੀਂ ਆਪਣੇ ਇੱਥੋਂ ਦੀ ਜਿਹੜੀ এনवायरमेंट ਹੈ ਤੇ ਗੱਲਾਂ ਬਾਤਾਂ ਨੇ ਉਹਨਾਂ ਨੂੰ ਠੀਕ ਕਰੀਏ। ਇਹ ਪੰਜਾਬ ਇੱਕ ਬੜੀ ਟ੍ਰੈਡੀਸ਼ਨਲ ਸੂਬਾ ਹੈਗਾ, ਪੁਰਾਣਾ ਹੀ ਸਿਵਲਾਈਜੇਸ਼ਨ ਦਾ ਸੂਬਾ ਹੈ। ਇੱਥੇ ਲੋਕ ਬੜੀ ਅੱਛੀ ਤਰ੍ਹਾਂ ਨਾਲ ਗੱਲ ਕਰਦੇ ਨੇ, ਜਦੋਂ ਲੜਦੇ ਵੀ ਨੇ ਤੇ ਬੜੇ ਬਹੁਤ ਤਰੀਕੇ ਦੇ ਨਾਲ ਤੇ ਰਾਈਟੀਅਸਨੈਸ ਤੇ ਜਸਟਿਸ ਦੇ ਨਾਲ ਲੜਦੇ ਨੇ। ਇਹਨਾਂ ਨੂੰ ਸਾਡੇ ਇਹ ਸਾਰੇ ਟ੍ਰੈਡੀਸ਼ਨਸ ਨੂੰ ਤੋੜਨ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਇਹਨਾਂ ਨੂੰ ਕਰਨਾ ਵੀ ਨਹੀਂ ਚਾਹੀਦਾ। ਜੈਬਾਂ ਜੀ ਪੁਆਇੰਟ ਦੇ ਉੱਪਰ ਵਾਪਸ ਆਵਾਂ। ਗੱਲ ਇਹ ਹੈ ਕਿ ਹੁਣ ਤਕਰਾਰ ਮੁੱਕੇਗੀ ਕਿਵੇਂ? ਹੁਣ ਪੁਆਇੰਟ ਹੈ, ਤੁਸੀਂ ਕਹਿ ਰਹੇ ਹੋ ਆਮ ਆਦਮੀ ਪਾਰਟੀ ਦੀ ਵਜ੍ਹਾ ਨਾਲ, ਆਮ ਆਦਮੀ ਪਾਰਟੀ ਕਹਿ ਰਹੀ ਹੈ ਬੀਜੇਪੀ ਦੀ ਵਜ੍ਹਾ ਦੇ ਨਾਲ ਇਹ ਸਭ ਕੁਝ ਹੋ ਰਿਹਾ ਹੈ। ਹੁਣ ਗੱਲ ਘੁੰਮ ਫਿਰ ਕੇ ਆਏਗੀ ਕਿ ਵਿਧਾਨ ਸਭਾ ਦੇ ਵਿੱਚ ਕੋਈ ਬਿੱਲ ਪਾਸ ਕੀਤਾ ਜਾਂਦਾ ਤਾਂ ਰਾਜਪਾਲ ਦੇ ਕੋਲ ਜਾਏਗਾ, ਉਹ ਫਿਰ ਉੱਥੇ ਰੁਕ ਸਕਦਾ ਹੈ, ਰੁਕਣ ਦੀ ਉਮੀਦ ਹੈ ਜਾਂ ਰੁਕ ਸਕਦਾ ਹੈ? ਤਕਰਾਰ ਤੇ ਹੈ ਹੀ ਨਹੀਂ ਕੋਈ ਨਾ ਜੀ। ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਅਸੀਂ ਆਪਣੀ ਅੱਜ ਅਸੀਂ ਉਹ ਜਿਹੜੇ ਦੇਖੋ ਜਿਹੜੇ ਕਨਸਟੀਟਿਊਸ਼ਨਲ ਦਾਅ ਪੇਚ ਨਹੀਂ ਆ, ਕਨਸਟੀਟਿਊਸ਼ਨਲ ਰੀਜ਼ਨਸ ਹੈਗੇ ਨੇ, ਉਹ ਤੇ ਚੱਲਦੇ ਰਹਿਣਗੇ। ਸਭ ਤੋਂ ਪਹਿਲੀ ਗੱਲ ਹੈ ਅੱਜ ਦੀ ਜਿਹੜੀ ਡਿਬੇਟ ਹੈ ਉਹ ਇਸ ਗੱਲ ਦੇ ਉੱਤੇ ਹੈ ਕਿ ਸਾਨੂੰ ਆਪਣੀ ਸ਼ਬਦਾਵਲੀ ਤੇ ਆਪਣੀ ਇੱਕ ਦੂਸਰੇ ਦੇ ਨਾਲ ਜਿਹੜੀ ਰਿਲੇਸ਼ਨਸ਼ਿਪ ਹੈ ਉਹਦੀ ਮਰਿਆਦਾ ਰੱਖਣੀ। ਠੀਕ ਹੈ, ਮਤਲਬ ਦੋਨਾਂ ਚੀਜ਼ਾਂ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ। ਇੱਕ ਤਾਂ ਲੱਗਦਾ ਕਿ ਜੋ ਭਾਸ਼ਾ ਦੀ ਚੋਣ ਕੀਤੀ ਗਈ ਉਹ ਵੀ ਦੇਖੋ, ਜਦੋਂ ਅਗਰ ਕੋਈ ਨਾ ਕੋਈ ਇਹਨਾਂ ਦਾ ਬਿੱਲ ਜਾਏਗਾ ਗਵਰਨਰ ਦੇ ਕੋਲ, ਉਹ ਨਹੀਂ ਪਾਸ ਹੋਏਗਾ, ਉਹ ਇੱਕ ਪੋਲੀਟੀਕਲ ਸਿਚੁਏਸ਼ਨ ਆਏਗੀ, ਉਹਦੇ ਬਾਰੇ ਡਿਬੇਟ ਹੋਏਗੀ, ਉਹਦੇ ਬਾਰੇ ਲੋਕਾਂ ਨੂੰ ਦੱਸਿਆ ਜਾਏਗਾ, ਕਿਸੇ ਦਾ ਫਾਇਦਾ ਹੋਏਗਾ, ਕੋਈ ਚੇਂਜਸ ਹੋਣਗੇ, ਕਿਤੇ ਕੋਈ ਆਏਗਾ। ਇਹ ਤਾਂ ਸਾਰਾ ਕੁਝ ਪੋਲਿਟਿਕਸ 'ਚ ਚੱਲਦਾ ਰਹਿੰਦਾ। ਠੀਕ ਹੈ, ਚਲੋ ਮੈਂ ਵਾਪਸ ਆਣਾ ਤੁਹਾਡੇ ਕੋਲ ਇੱਕ ਰਿਐਕਸ਼ਨ ਲੈ ਲਾਂ। ਤੁਸੀਂ ਬਹੁਤ ਛੋਟਾ ਜਿਹਾ ਰਿਐਕਸ਼ਨ ਤੁਹਾਡਾ, ਅਸੀਂ ਗਾਲਾਂ ਕੱਢਣ ਨੂੰ ਆ ਜਾਈਏ ਪਾਸੇ ਬਹੁਤ ਛੋਟਾ ਜਿਹਾ ਰਿਐਕਸ਼ਨ। ਇੱਕ ਭਾਸ਼ਾ ਦੀ ਚੋਣ ਤੇ ਦੂਜੇ ਪਾਸੇ ਇਹ ਤਕਰਾਰ ਕਹਿੰਦੇ ਐਵੇਂ ਨਹੀਂ ਮੁੱਕਣੀ ਹੈਗੀ। ਇਹ ਭਾਸ਼ਾ ਦੀ ਚੋਣ ਨੂੰ ਲੈ ਕੇ ਪੂਰਾ ਮੁੱਦਾ ਭਖਿਆ ਹੋਇਆ। ਦੇਖੋ ਗੌਰਵ ਜੀ, ਅਸੀਂ ਕੋਈ ਤਕਰਾਰ ਨਹੀਂ ਕਰ ਰਹੇ। ਸਾਡੀ ਕੋਈ ਭਾਸ਼ਾ 'ਚ ਕੋਈ ਇਦਾਂ ਦੀ ਅਮਰਿਆਦਿਤ ਭਾਸ਼ਾ ਨਹੀਂ ਹੈ। ਸਾਡਾ ਤਾਂ ਸਿੱਧਾ ਇੱਕ ਜਿਹੜਾ ਲੋਕਤੰਤਰ ਔਰ ਜਨਤੰਤਰ ਨੂੰ ਬਚਾਉਣ ਦੀ ਲੜਾਈ ਹੈ, ਜਿਹੜਾ ਗਵਰਨਰ ਦੀ ਪਾਵਰ ਦਾ ਮਿਸਯੂਜ਼ ਕੀਤਾ ਜਾਂਦਾ ਹੈ। ਔਰ ਇਹ ਪਹਿਲੀ ਵਾਰ ਨਹੀਂ ਹੋ ਰਿਹਾ। ਤੁਸੀਂ ਇੱਕ ਚੀਜ਼ ਨੋਟ ਕਰੋ, ਕਹਿੰਦੇ ਪੂਰੀ ਕੰਟਰੀ 'ਚ ਰਾਜਪਾਲ ਜਾਂ ਉਪ ਰਾਜਪਾਲ ਤੋਂ ਦੋ ਹੀ ਥਾਵਾਂ ਤੇ ਪ੍ਰੋਬਲਮ ਹੈ, ਇੱਕ ਦਿੱਲੀ 'ਚ, ਇੱਕ ਪੰਜਾਬ ਦੇ ਵਿੱਚ। ਤੁਹਾਡੇ ਆਪੋਜੀਸ਼ਨ ਵਾਲੇ ਇਲਜ਼ਾਮ ਲਗਾ ਰਹੇ ਆ ਦੋਵਾਂ ਥਾਵਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ। ਤੇ ਫਿਰ ਜਦੋਂ ਮੱਧ ਪ੍ਰਦੇਸ਼ 'ਚ ਕਾਂਗਰਸ ਦੀ ਸਰਕਾਰ ਤੋੜ ਕੇ ਬੀਜੇਪੀ ਨੇ ਆਪਣੀ ਸਰਕਾਰ ਬਣਾ ਲਈ ਸੀ, ਤੇ ਫਿਰ ਕਾਂਗਰਸ ਕਿਉਂ ਉੱਥੇ ਸ਼ੋਰ ਮਚਾ ਰਹੀ ਸੀ ਗਵਰਨਰ ਦੇ ਖਿਲਾਫ? ਠੀਕ, ਆਪਾਂ ਜਵਾਬ ਜਦੋਂ ਵੈਸਟ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਸਰਕਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ। ਪਿਕ ਐਂਡ ਚੂਜ਼ ਕਰ ਰਹੇ ਹੋ, ਕਹਿੰਦੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਉੱਪਰ ਵੀ ਪਿਕ ਐਂਡ ਚੂਜ਼, ਤੇ ਦੂਜੇ ਪਾਸੇ ਗਵਰਨਰ ਨੂੰ ਲੈ ਕੇ ਵੀ ਪਿਕ ਐਂਡ ਚੂਜ਼। ਕਿ ਮੱਧ ਪ੍ਰਦੇਸ਼ ਨਹੀਂ ਤੁਹਾਨੂੰ ਦਿਖ ਰਿਹਾ ਜਿੱਥੇ ਤੁਹਾਡੀ ਸੱਤਾ ਚਲੀ ਗਈ ਕਾਂਗਰਸ ਦੀ? ਗੌਰਵ ਜੀ, ਜੇ ਆਮ ਆਦਮੀ ਪਾਰਟੀ ਥੋੜਾ ਧਿਆਨ ਨਾਲ ਮੇਰੇ ਬਿਆਨ ਨੂੰ ਸੁਣਦੀ ਤੇ ਇਹਨਾਂ ਨੂੰ ਪਤਾ ਲੱਗਦਾ ਮੈਂ ਇਹ ਗੱਲ ਕਹੀ ਸੀ ਕਿ ਪੰਜਾਬ ਤੇ ਦਿੱਲੀ ਤੁਹਾਡੀ ਸਰਕਾਰ ਹੈ। ਸਭ ਤੋਂ ਜ਼ਿਆਦਾ ਟਸਲ ਸਰਕਾਰ ਤੇ ਗਵਰਨਰ ਦੇ ਵਿੱਚ ਇਹ ਦੋ ਸੂਬਿਆਂ ਦੇ ਵਿੱਚ ਹੈ। ਨਾਲ ਮੈਂ ਐਡ ਕੀਤਾ ਕਿ ਦੂਜੇ ਸੂਬਿਆਂ ਦੇ ਵਿੱਚ ਵੀ ਟਸਲ ਹੋ ਸਕਦੀ ਹੈ, ਪਰ ਤੁਹਾਡੇ ਕੰਪੈਰੀਜ਼ਨ ਦੇ ਵਿੱਚ ਉਹ ਬਹੁਤ ਥੋੜੀ ਹੈ। ਦੂਜੀ ਗੱਲ ਗੌਰਵ ਜੀ, ਤੁਸੀਂ ਇਹ ਦੇਖੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਰਹੀ ਹੈ ਕਿ ਆਰਟੀਕਲ 141 ਹੈ ਜੀ, ਜੋ ਸੁਪਰੀਮ ਕੋਰਟ ਨੇ ਕਹਿਤਾ ਉਹ ਕਾਨੂੰਨ ਹੈ, ਉਹ ਲਾਅ ਆਫ ਦ ਲੈਂਡ ਹੋ ਗਿਆ। ਬਿਲਕੁਲ ਸਹੀ। ਤੇ ਜੋ ਆਨਰੇਬਲ ਸੁਪਰੀਮ ਕੋਰਟ ਨੇ ਤੁਹਾਨੂੰ ਗੱਲ ਕਹੀ ਹੈ ਕਿ ਡਿਊਟੀ ਬਾਉਂਡ ਹੋ ਟੂ ਫਰਨਿਸ਼ ਇਨਫੋਰਮੇਸ਼ਨ, ਜਿਹੜੀ ਗਵਰਨਰ ਸਾਹਿਬ ਨੇ ਮੰਗੀ ਹੈ, ਤੇ ਉਹਦੇ ਬਾਵਜੂਦ ਸਵਾਲਾਂ ਦੇ ਜਵਾਬ ਕਿਉਂ ਨਹੀਂ ਦੇ ਰਹੇ? ਤੇ ਤੁਸੀਂ ਤਾਂ ਨਹੀਂ ਦਿੱਤੇ ਸਰਕਾਰ ਨੇ, ਤੁਸੀਂ ਪਾਸੀ ਸਾਹਿਬ ਆ ਡਿਬੇਟ ਦੇ ਵਿੱਚ ਦੋ। ਗਵਰਨਰ ਸਾਹਿਬ ਦਾ ਪਿਛਲੀ ਵਾਰੀ ਪੁੱਛਿਆ ਹੋਇਆ ਸਵਾਲ ਨੰਬਰ 1, ਐਡਵਰਟਾਈਜ਼ਿੰਗ ਤੇ, ਮਾਰਕੀਟਿੰਗ ਤੇ, ਬ੍ਰਾਂਡਿੰਗ ਤੇ ਕਿੰਨਾ ਪੈਸਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਤੱਕ ਖਰਚਤਾ? ਕਿਉਂਕਿ ਗੌਰਵ ਜੀ ਅੱਜ ਦੇ ਨਾ ਅਖਬਾਰ ਹੈ ਇਹ ਤਾਂ ਤੁਸੀਂ ਦੇਖੋ ਸਾਰੇ ਅਖਬਾਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਪੂਰਾ ਪੇਜ ਭਰਿਆ ਹੋਇਆ ਐਡਵਰਟਾਈਜ਼ਮੈਂਟ ਦੇ ਨਾਲ। ਪਹਿਲਾ ਸਵਾਲ, ਉਹਦੇ ਜਵਾਬ ਕੋਈ ਨਹੀਂ ਆਇਆ। ਦੂਜਾ ਸਵਾਲ, ਕ੍ਰਾਈਟੇਰੀਆ ਕੀ ਸੀਗਾ ਸਿਲੈਕਸ਼ਨ ਦਾ ਜਿਹੜੇ ਟੀਚਰਸ ਨੂੰ ਤੁਸੀਂ ਬਾਹਰ ਭੇਜਿਆ? ਉਹਦਾ ਜਵਾਬ ਨਹੀਂ ਆਇਆ। ਤੀਜਾ, ਕਿ ਉਹਨੂੰ ਵਾਈਡਲੀ ਪਬਲਿਸ਼ ਕੀਤਾ ਗਿਆ ਸੀਗਾ ਜਾਂ ਨਹੀਂ ਕੀਤਾ ਗਿਆ ਸੀਗਾ? ਉਹਦਾ ਕੋਈ ਜਵਾਬ ਨਹੀਂ ਆਇਆ। ਫਿਰ ਉਹਨਾਂ ਦੇ ਟਰੈਵਲ ਤੇ, ਉਹਨਾਂ ਦੀ ਅਕਮੋਡੇਸ਼ਨ ਤੇ, ਰਹਿਣ ਸਹਿਣ ਤੇ ਕਿੰਨਾ ਪੈਸਾ ਖਰਚਾ ਗਿਆ? ਉਹਦੇ ਕੋਈ ਜਵਾਬ ਨਹੀਂ ਆਇਆ। ਫਿਰ ਗਵਰਨਰ ਸਾਹਿਬ ਨੇ ਇੱਕ ਅਹਿਮ ਸਵਾਲ ਪੁੱਛਿਆ ਵੀ ਜਿਹੜੇ ਸ਼੍ਰੀ ਨਵਲ ਅਗਰਵਾਲ ਸਾਹਿਬ ਨੇ ਉਹ ਸੀਨੀਅਰ ਅਫਸਰਾਂ ਦੀ ਮੀਟਿੰਗਸ ਦੇ ਵਿੱਚ ਕਿਉਂ ਬੈਠਦੇ ਆ ਜਿੱਥੇ ਕੌਨਫੀਡੈਂਸ਼ੀਅਲ ਮੈਟਰਸ, ਸਿਕਿਉਰਿਟੀ ਮੈਟਰਸ, ਪੰਜਾਬ ਬਾਰਡਰ ਸਟੇਟ ਹੈ, ਸੈਂਸਿਟਿਵ ਸਟੇਟ ਹੈ, ਡਿਸਕਸ ਹੁੰਦੇ ਹੈ, ਤਾਂ ਕਿਹੜੇ ਅਹੁਦੇ ਤੇ, ਕਿਹੜੀ ਅਥਾਰਟੀ ਦੇ ਨਾਲ, ਜੁਰਿਸਡਿਕਸ਼ਨ ਦੇ ਨਾਲ ਉਹ ਮੀਟਿੰਗ ਦੇ ਵਿੱਚ ਸ਼ਾਮਿਲ ਹੁੰਦੇ ਆ? ਇਹ ਸਵਾਲ ਗਵਰਨਰ ਸਾਹਿਬ ਨੇ ਪੁੱਛਿਆ ਸੀਗਾ, ਉਹਦੇ ਬਾਵਜੂਦ ਕੋਈ ਜਵਾਬ ਨਹੀਂ ਆਇਆ। ਹੁਣ ਮੈਨੂੰ ਦੱਸੋ, ਆਨਰੇਬਲ ਸੁਪਰੀਮ ਕੋਰਟ ਨੂੰ ਅੰਡਰਮਾਈਨ, ਜਜਮੈਂਟ ਨੂੰ ਕੌਣ ਅੰਡਰਮਾਈਨ ਕਰ ਰਿਹਾ ਹੈ? ਮਤਲਬ ਤੁਹਾਨੂੰ ਲੱਗਦਾ ਕਿ ਉਸਦੇ ਆਨਸਰ ਕਰਨੇ ਪੈਣੇ ਨੇ,
ਕਿ ਸਰਕਾਰ ਨੂੰ ਇਨਫੋਰਮੇਸ਼ਨ ਦੇਣੀ ਹੋਏਗੀ ਜੋ ਰਾਜਪਾਲ ਪੁੱਛ ਰਹੇ ਨੇ। ਬਿਲਕੁਲ, ਕਨਸਟੀਟਿਊਸ਼ਨ ਵੀ ਕਹਿੰਦਾ ਹੈ, ਅੰਬੇਦਕਰ ਸਾਹਿਬ ਦੀ ਫੋਟੋ ਦਾ ਲਾਉਂਦੇ ਆ, ਮੈਂ ਉਹੀ ਕਹਿ ਰਿਹਾ ਨਾ, ਕਨਸਟੀਟਿਊਸ਼ਨ ਦਾ ਆਰਟੀਕਲ 167 ਕਹਿੰਦਾ ਹੈ, ਤੇ ਮੈਂ ਦੱਸ ਦੇਣਾ ਵੀ ਕੀ ਕਹਿੰਦਾ ਐਗਜ਼ੈਕਟਲੀ, ਤੁਹਾਨੂੰ ਮੈਂ ਲਾਈਨ ਪੜ੍ਹ ਕੇ ਇਨਫੈਕਟ ਮੈਨੂੰ ਲੱਗਦਾ ਆਪਾਂ ਬਹੁਤ ਵਾਰੀ ਇਸ ਦੇ ਉੱਪਰ ਵੀ ਗੱਲਬਾਤ ਕਰ ਚੁੱਕੇ ਹਾਂ ਕਿ ਉਹ ਹਾਂ, ਗਵਰਨਰ ਸਾਹਿਬ when the governor asks you to furnish information, you are duty bound to furnish it to him। पहला ऑनरेबल कॉन्स्टिट्यूशन ने कहता, फिर ऑनरेबल सुप्रीम कोर्ट ने भी कहता कि ਤੁਹਾਨੂੰ ਦੇਣੀ ਪਊਗੀ, ਉਹਦੇ ਬਾਵਜੂਦ ਤੁਸੀਂ ਜਵਾਬ ਨਹੀਂ ਦੇ ਰਹੇ ਤੇ ਆਪ ਉਲੰਘਣਾ ਕਰ ਰਹੇ ਹੋ ਕਨਸਟੀਟਿਊਸ਼ਨ ਦੀ ਵੀ ਤੇ ਸੁਪਰੀਮ ਕੋਰਟ ਦੀ ਜਜਮੈਂਟ ਦੀ ਵੀ। ਦੂਜੀ ਗੱਲ ਗੌਰਵ ਜੀ, ਇਹ ਤੁਸੀਂ ਦੇਖੋ ਕਿ ਗਵਰਨਰ ਚੀਮਾ ਸਾਹਿਬ ਨੇ ਅੱਜ ਕੀ ਗੱਲਾਂ ਕਹੀਆਂ, ਕਹਿੰਦੇ ਅਸੀਂ ਲੋਕਾਂ ਨੂੰ ਜਵਾਬ ਦੇ ਆ, ਅਸੀਂ 92 ਸੀਟਾਂ ਲੈ ਕੇ ਆਏ ਆ, ਅਸੀਂ ਹੋਰ ਕਿਸ ਨੂੰ ਜਵਾਬ ਦੇਣੀ ਹੈ। ਗਲਤ ਚੀਮਾ ਸਾਹਿਬ, ਆਨਰੇਬਲ ਸੁਪਰੀਮ ਕੋਰਟ ਨੇ ਕੀ ਕਿਹਾ ਤੁਸੀਂ ਵੀ ਕਾਈਂਡਲੀ ਦੇਖੋ ਤੇ ਉਹਦੀ ਉਲੰਘਣਾ ਨਾ ਕਰੋ, ਉਹਨੂੰ ਫੋਲੋ ਕਰੋ। ਤੇ ਦੂਜਾ, ਇਹ ਜਿਹੜੇ ਸਵਾਲ ਗਵਰਨਰ ਸਾਹਿਬ ਪੁੱਛ ਰਹੇ ਲੋਕਾਂ ਦੇ ਸਵਾਲ ਤਾਂ ਹੈਗੇ ਆ, ਤੁਸੀਂ ਠੀਕ ਹੈ, ਚਲੋ ਆਪਾਂ ਜਵਾਬ ਲਈਏ ਸਰ, ਆਪਾਂ ਜਵਾਬ ਲੈ ਲਈਏ। ਠੀਕ ਹੈ ਖੜਿਆਲ ਸਾਹਿਬ, ਜਵਾਬ ਲੈ ਲਈਏ, ਸਮਾਂ ਬਹੁਤ ਪਿੱਛੇ ਥੋੜਾ ਹੋਏਗਾ ਜੀ। ਦੇਖੋ ਗਵਰਨਰ ਸਾਹਿਬ ਨੂੰ ਬਾਰਡਰ ਡਿਸਟ੍ਰਿਕਟ ਚ ਕਿਉਂ ਜਾਣਾ ਪਿਆ, ਕਿਉਂਕਿ ਨਸ਼ੇ ਦਾ ਮਸਲਾ ਬਹੁਤ ਵੱਡਾ ਬਣ ਗਿਆ ਤੇ ਸਿਰਫ ਹਵਾਈ ਗੱਲ ਨਹੀਂ ਹੈ ਗੌਰਵ ਜੀ। ਐਨਸੀਆਰਬੀ ਦੀ ਰਿਪੋਰਟ ਕਹਿੰਦੀ ਪਈ ਹੈ ਐਨਡੀਪੀਐਸ ਰਿਲੇਟਡ ਕ੍ਰਾਈਮ ਦੇ ਵਿੱਚ ਪੰਜਾਬ ਦਾ ਰੈਂਕ 1 ਆਇਆ। ਇਹਨਾਂ ਨੇ ਕਿਹਾ ਸੀ 4 ਮਹੀਨੇ ਉੱਤੇ ਖਤਮ ਕਰ ਦਾਂਗੇ, ਉਹ ਤਾਂ ਖਤਮ ਹੋਈ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇੱਕ ਗੱਲ ਕਹੀ, ਕਹਿੰਦੇ ਅਸੀਂ ਕਨਸਟੀਟਿਊਸ਼ਨ ਨੂੰ ਪ੍ਰੀਜ਼ਰਵ ਹਮੇਸ਼ਾ ਕਰਦੇ ਆਏ, ਸਾਡਾ ਸਟੈਂਡ ਰਿਹਾ ਐਮਰਜੈਂਸੀ ਵਾਲੇ ਵੀ ਹੋਰ ਚੱਕਰਾਂ ਵਾਲੇ ਵੀ। ਮੈਂ ਇਹਨਾਂ ਨੂੰ ਪੁੱਛੂੰਗਾ ਵੀ ਜਦੋਂ ਨਵੀਂ ਪਾਰਲੀਮੈਂਟ ਬਿਲਡਿੰਗ ਦਾ ਇਨੋਗ੍ਰੇਸ਼ਨ ਹੋਇਆ ਹੈ ਤੇ ਪ੍ਰੈਜ਼ੀਡੈਂਟ ਸਾਹਿਬ ਇਗਨੋਰ ਕਰ ਦਿੱਤਾ ਗਿਆ, ਨਹੀਂ ਬੁਲਾਇਆ ਗਿਆ ਉਦਘਾਟਨ ਤੇ ਜਾਂ ਫਾਊਂਡੇਸ਼ਨ ਸਟੋਨ ਤੇ, ਕਿ ਤੁਸੀਂ ਕਿਉਂ ਉੱਥੇ ਗਏ, ਕਿਉਂ ਉਹਦੇ ਵਿੱਚ ਸ਼ਾਮਿਲ? ਚਲੋ ਜਵਾਬ ਲੈ ਲਈਏ ਸਰ, ਜਵਾਬ ਲੈ ਲਈਏ, ਇੱਕ ਵਾਰੀ ਜਵਾਬ ਲੈ ਲਈਏ। ਪਾਸੀ ਸਾਹਿਬ ਇਕੱਠੇ ਰਿਐਕਟ ਕਰਿਓ, ਉਸ ਤੋਂ ਪਹਿਲਾਂ ਕਲੇਸ਼ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਆਪੋਜੀਸ਼ਨ ਪਾਰਟੀਆਂ ਨੇ ਜਦੋਂ ਬਾਇਕਾਟ ਕਰਤਾ ਸੀਗਾ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈਜ਼ੀਡੈਂਟ ਸਾਹਿਬ ਨਾਲ ਜੋ ਹੋਇਆ ਉਹ ਠੀਕ ਲੱਗਦਾ ਹੈ। ਠੀਕ ਹੈ, ਚਲੋ ਜਵਾਬ ਲੈ ਲੈਣ ਤੋਂ ਮੈਨੂੰ ਲੱਗਦਾ ਕਲੇਸ਼ ਸਾਹਿਬ ਇਸ ਦੇ ਉੱਤੇ ਵੀ ਰਿਐਕਟ ਕਰ ਦੇਣਗੇ, ਇਸ ਦੇ ਉੱਪਰ ਵੀ ਰਿਐਕਟ ਕਰ ਦੇਣਗੇ। ਕਲੇਸ਼ ਸਾਹਿਬ, ਆਪਾਂ ਪਹਿਲਾਂ ਖੜਿਆਲ ਸਾਹਿਬ ਦੀ ਗੱਲ ਤੋਂ ਹੀ ਗੱਲ ਸ਼ੁਰੂ ਕਰ ਦਿੰਦੇ ਆ ਜੀ। ਕੋਈ ਵੀ ਇਨੋਗ੍ਰੇਸ਼ਨ ਹੋਣਾ ਇਹ ਸਰਕਾਰ ਦੇ ਪਾਲਿਸੀ ਡਿਸੀਜਨ ਨੇ, ਸਰਕਾਰ ਨੇ ਕੀ ਤੋਂ ਕਰਾਉਣਾ। ਨੰਬਰ 1 ਮੈਂ ਫੇਰ ਦੁਬਾਰਾ ਦੁਹਰਾ ਦਿੰਦਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਸਟੈਂਡ ਬੜਾ ਕਲੀਅਰ ਹੈ ਕਿ ਪੰਜਾਬ ਸਰਕਾਰ ਦਾ ਇਖਤਿਆਰ ਖੇਤਰ ਹੈ, ਕਿਹਨੂੰ ਭੇਜਣਾ, ਕਿੱਥੇ ਟ੍ਰੇਨਿੰਗ ਲਈ ਭੇਜਣਾ, ਉਹਦੀ ਚੋਣ ਕਰਨੀ, ਇਹ ਪੰਜਾਬ ਸਰਕਾਰ ਦਾ ਇਖਤਿਆਰ ਖੇਤਰ ਹੈ। ਗਵਰਨਰ ਸਾਹਿਬ ਨੂੰ ਇਹ ਚ ਨਹੀਂ ਦਖਲ ਦੇਣਾ ਚਾਹੀਦਾ। ਅਸੀਂ ਪਹਿਲਾਂ ਵੀ ਕਿਹਾ ਸੀ, ਅੱਜ ਫੇਰ ਦੁਹਰਾਉਂਦੇ ਆ। ਸਿੰਗਾਪੁਰ ਵਾਲਾ ਤੁਸੀਂ ਕਹਿ ਰਹੇ ਹੋ, ਸਿੰਗਾਪੁਰ ਵਾਲਾ ਠੀਕ ਹੈ। ਸ਼੍ਰੋਮਣੀ ਅਕਾਲੀ ਦਲ ਕਹਿੰਦਾ ਹੈ ਕਿ ਸੂਬੇ ਦੇ ਜਿਹੜੇ ਅਧਿਕਾਰ ਨੇ ਉਹਨਾਂ 'ਚ ਕੇਂਦਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਇਹ ਸਾਡਾ ਸਟੈਂਡ ਸਪਸ਼ਟ ਹੈ ਜੀ। ਪਰ ਜਿਹੜੇ ਸਾਡੇ ਸਵਾਲ ਨੇ ਉਹ ਜਿਉਂ ਦੇ ਤਿਉਂ ਖੜੇ ਨੇ। ਅੱਜ ਅਗਰ ਕੇਂਦਰ ਦਾ ਦਖਲ ਹੁਣ ਵੱਧ ਰਿਹਾ, ਇਹਦਾ ਜ਼ਿੰਮੇਵਾਰ ਕੌਣ ਹੈ ਗੌਰਵ ਜੀ? ਇਹਦੀ ਜ਼ਿੰਮੇਵਾਰ ਆਮ ਆਦਮੀ ਪਾਰਟੀ। ਮੈਂ ਫੇਰ ਦੁਬਾਰਾ ਸਵਾਲ ਕਰਦਾ ਕਿ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਆਇਆ ਉਹ ਕਿਹਦੀ ਪਟੀਸ਼ਨ ਤੇ ਆਇਆ? ਉਹ ਆਇਆ ਆਮ ਆਦਮੀ ਪਾਰਟੀ ਦੀ ਪਟੀਸ਼ਨ ਤੇ, ਜਿੱਥੇ ਸੁਪਰੀਮ ਕੋਰਟ ਨੇ 167 ਆਰਟੀਕਲ ਤੇ ਦੁਬਾਰਾ ਮੋਹਰ ਲਾ ਦਿੱਤੀ ਹੈ ਕਿ ਪੰਜਾਬ ਸਰਕਾਰ ਡਿਊਟੀ ਬਾਉਂਡ ਹੈ ਗਵਰਨਰ ਨੂੰ ਇਨਫੋਰਮੇਸ਼ਨ ਸਪਲਾਈ ਕਰਨ ਦੇ। ਹੁਣ ਇਹਨਾਂ ਨੇ ਤਾਂ ਸਰਕਾਰ ਇਹ ਤਾਂ ਚਲੀ ਜਾਣੀ ਹੈ, ਇਹਨਾਂ ਨੇ ਪੰਗਾ ਆਉਣ ਵਾਲੀਆਂ ਸਾਰੀਆਂ ਸਰਕਾਰਾਂ ਨੂੰ ਛੇੜਤਾ, ਇਹਨਾਂ ਦੀ ਇੱਕ ਗਲਤੀ ਨੇ। ਦੂਜਾ, ਮੇਰੇ ਭਰਾ ਨੇ ਮੇਰੀ ਗੱਲ ਦਾ ਹਾਲ ਤੱਕ ਜਵਾਬ ਦਿੱਤਾ, ਇੱਧਰ ਉੱਧਰਲੀਆਂ ਗੱਲਾਂ ਮਾਰ ਲੀਆਂ ਕਿ ਜੀ ਇਹ ਬੀਜੇਪੀ ਅੱਗੇ ਪਿੱਛੇ ਹੋਏ ਨੇ। ਇਹ ਪਹਿਲਾਂ ਮੈਨੂੰ ਇਹ ਦੱਸ ਦੇਣ ਕਿ ਕੀ ਪੰਜਾਬ ਪੁਲਿਸ ਦੇ ਡੀਜੀਪੀ ਉਹ ਵੀ ਬੀਜੇਪੀ ਅੱਗੇ ਪਿੱਛੇ ਹੋਏ ਨੇ? ਕਿਉਂਕਿ ਇਹ ਰੇਡਕਾ ਸ਼ੁਰੂ ਹੀ ਉੱਥੋਂ ਹੋਇਆ ਸੀ ਜਦੋਂ ਆਮ ਆਦਮੀ ਪਾਰਟੀ ਨੇ ਟੀਆਰਪੀ ਐਕਸਰਸਾਈਜ਼ ਕੀਤੀ ਕਿ ਜੀ ਸਾਡੇ ਵਿਧਾਇਕਾਂ ਨੂੰ ਬੀਜੇਪੀ ਖਰੀਦ ਰਹੀ ਹੈ। 1 ਸਾਲ ਹੋ ਗਿਆ ਇਨਵੈਸਟੀਗੇਸ਼ਨ ਨੂੰ, 1 ਸਾਲ। ਇਹਨਾਂ ਦੇ ਡੀਜੀਪੀ, ਇਹਨਾਂ ਦੀ ਪੰਜਾਬ ਪੁਲਿਸ ਨੇ ਹਲੇ ਤੱਕ ਨਹੀਂ ਦੱਸਿਆ ਕਿ ਜੀ ਇਹਨਾਂ ਦੇ ਵਿਧਾਇਕਾਂ ਨੂੰ ਕੌਣ ਖਰੀਦ ਰਿਹਾ ਸੀ। ਉੱਥੋਂ ਰੇੜਕਾ ਵੱਧਦਾ ਅੱਜ ਆਪਾਂ ਉਰੇ ਖੜੇ ਆ, ਜਿਹੜੀ ਸਥਿਤੀ ਇਹਨਾਂ ਨੇ ਪੈਦਾ ਕਰ ਲਈ ਹੈ। ਸੋ ਮੇਰਾ ਸਿੱਧਾ ਸਵਾਲ ਰਹੂਗਾ ਕਿ ਹਰ ਚੀਜ਼ ਟੀਆਰਪੀ ਐਕਸਰਸਾਈਜ਼ ਪੰਜਾਬ ਦਾ ਨੁਕਸਾਨ ਹੋ ਰਿਹਾ, ਪੰਜਾਬ ਦਾ ਨੁਕਸਾਨ ਹੋ ਰਿਹਾ। ਲਾਅ ਐਂਡ ਆਰਡਰ ਦੇਖੋ, ਮੈਂ ਕੀ ਕਹਿ ਰਿਹਾ ਕਿ ਲਾਅ ਐਂਡ ਆਰਡਰ ਦਾ ਨੁਕਸਾਨ ਤਾਂ ਸਾਰਿਆਂ ਦੇ ਸਾਹਮਣੇ ਹੈ। ਜਿਸ ਤਰੀਕੇ ਅੱਜ ਜੂਲਰੀ ਸ਼ਾਪ ਤੇ ਹੋਇਆ, ਕੱਲ ਲੁਧਿਆਣੇ ਕਰੋੜਾਂ ਦੀ ਲੁੱਟ ਹੋਈ, ਕਦੇ ਸਿੰਗਰ ਮਰ ਗਿਆ, ਕਦੇ ਕੋਈ ਖਿਡਾਰੀ ਮਾਰਤਾ, ਰਾਕਟ ਲਾਂਚਰ ਵੱਜ ਗਿਆ, ਪੰਜਾਬ ਤੇ 43,000 ਕਰੋੜ ਦਾ ਕਰਜ਼ਾ ਚੜ ਗਿਆ, ਡਿਵੈਲਪਮੈਂਟ ਦੇ ਨਾਂ ਤੇ ਕਿੱਟ ਨਹੀਂ ਲੱਗੀ, 2 ਰੁਪਏ ਪੈਟਰੋਲ ਡੀਜ਼ਲ ਵੱਧ ਗਿਆ 1 ਸਾਲ ਦੇ ਵਿੱਚ। ਸੋ ਇਹ ਸਾਰਾ ਪੰਜਾਬ ਦਾ ਨੁਕਸਾਨ ਹੈ। ਪਰ ਪੰਜਾਬ ਸਰਕਾਰ ਕੀ ਕਰ ਰਹੀ ਹੈ? ਮਤਲਬ ਤੁਹਾਨੂੰ ਲੱਗਦਾ ਗਵਰਨਰ ਦੇ ਨਾਲ ਤਕਰਾਰ ਦਾ ਇਹ ਨਤੀਜਾ ਹੈ? ਮੈਂ ਇਹਨਾਂ ਨੂੰ ਸਪਸ਼ਟ ਇਹ ਗੱਲ ਪੁੱਛਦਾ ਜੀ ਕਿ ਇਹ ਜਿਹੜਾ ਦਿੱਲੀ ਦਾ ਫੇਲ ਮਾਡਲ ਹੈ ਮਹੱਲਾ ਕਲੀਨਿਕ ਵਾਂਗੂ ਕਿ ਹਮੇ ਕੰਮ ਨਹੀਂ ਕਰਨੇ ਦਿਆ ਜਾ ਰਿਹਾ ਜੀ। ਅਰੇ ਪੰਜਾਬ ਤਾਂ ਫੁੱਲ ਫਲੈਜ ਸਟੇਟ ਸੀ, ਪੰਜਾਬ ਦੇ ਵਿੱਚ ਤਾਂ ਪਹਿਲਾਂ ਵੀ ਸਰਕਾਰਾਂ ਬਣਦੀਆਂ ਰਹੀਆਂ, ਕੇਂਦਰ ਨਾਲ ਲੜਾਈ ਲੜਦੀਆਂ ਰਹੀਆਂ। ਇਹ ਕਿਹੜੀ ਐਸੀ ਸਰਕਾਰ ਆ ਗਈ ਜਿਹੜੀ ਰੋਜ਼ ਹੀ ਇੱਕੋ ਰੋਣਾ ਰੋਂਦੀ ਹੈ ਕਿ ਜੀ ਗਵਰਨਰ ਹਮੇ ਕੰਮ ਨਹੀਂ ਕਰਨੇ ਦੇ ਰਹੇ? ਪਰ ਹਾਂ, ਇੱਕ ਗੱਲ ਇਹਨਾਂ ਨੂੰ ਦੱਸਣੀ ਪਊਗੀ ਕਿ ਅਗਰ ਇੱਕ ਮੰਤਰੀ ਦੀ ਵੀਡੀਓ ਬਾਹਰ ਆ ਗਈ, ਉਹ ਵੀਡੀਓ ਤਸਦੀਕ ਹੋ ਗਈ, ਉਹ ਤੇ ਐਸਆਈਟੀ ਕੀ ਕਰੂਗੀ? ਦੇਖੋ ਜੀ, ਮੈਂ ਗੌਰਵ ਦੀ ਖਿਲਾਫ ਕੀ ਐਸਆਈਟੀ ਵੱਡੀ ਹੈ ਕਿ ਗਵਰਨਰ ਪੰਜਾਬ ਦੇ ਕਨਸਟੀਟਿਊਸ਼ਨਲ ਹੈਡ ਵੱਡੇ? ਜਦੋਂ ਗਵਰਨਰ ਦੀ ਇਨਵੈਸਟੀਗੇਸ਼ਨ ਕਰਾ ਲਈ, ਵੀਡੀਓ ਤਸਦੀਕ ਹੋ ਗਈ, ਦੱਸਣ ਕੀ ਅੱਗੇ ਹੋ ਗਿਆ? ਉਹ ਕਹਿ ਰਹੇ ਕਿ ਅਸੀਂ ਐਸਆਈਟੀ ਬਣਾ ਦਿੱਤੀ ਉਸ ਪੂਰੇ ਮਾਮਲੇ। ਇਹ ਬਹੁਤ ਵੱਡੇ ਸਵਾਲੀਆ ਨਿਸ਼ਾਨ ਨੇ ਕਿ ਕੀ ਐਸਾ ਮੰਤਰੀ ਉਹ ਅੰਦਰ ਲੈਣ ਦੇਣ ਕਰਦਾ ਹੈ ਕਿ ਜਿਹੜਾ ਉਹਨੂੰ ਹਟਾਉਣ ਲਈ
ਮੈਨੂੰ ਲੱਗਦਾ ਕੇਜਰੀਵਾਲ ਤੱਕ ਤਿਆਰ ਨਹੀਂ ਹੈਗੇ ਕਿ ਇੱਕ ਮੰਤਰੀ ਨੂੰ ਹਟਾਇਆ ਜਾਵੇ। ਔਰ ਇੰਨੇ ਸੰਗੀਨ ਚਲੋ ਇਲਜ਼ਾਮ ਜਿੱਥੇ ਕੰਪਲੇਨੈਂਟ ਇੱਕ ਮਾਈਨਰ ਹੈ ਤੇ ਕੰਪਲੇਨੈਂਟ ਜਿਹੜਾ ਮੀਡੀਆ ਤੇ ਹੈ ਤੇ ਕੰਪਲੇਨੈਂਟ ਜਿਹੜਾ ਐਸਸੀ ਕਮਿਸ਼ਨ ਕੋਲ ਜਵਾਬ ਲੈ ਲਈਏ ਪਾਸੀ ਜੀ। ਬਿਲਕੁਲ ਮੈਂ ਇੱਕ ਗੱਲ ਦਾ ਜਵਾਬ ਦੇਣਾ ਚਾਹੂੰਗਾ। ਪਹਿਲੀ ਗੱਲ ਤਾਂ ਕਲੇਰ ਸਾਹਿਬ ਨੂੰ ਮੈਂ ਦੱਸਣਾ ਚਾਹ ਰਿਹਾ ਕਿ ਅਗਰ ਅੱਜ ਗਵਰਨਰ ਸਾਹਿਬ ਨਾਲ ਟਕਰਾਓ ਹੈ ਤਾਂ ਤੁਹਾਡੀ ਸਰਕਾਰ ਦੇ ਸਮੇਂ 2008 ਦੇ ਵਿੱਚ ਪੈਟਰੋਲ ਤੇ 27.5 ਤੇ ਡੀਜ਼ਲ ਤੇ 8.8 ਸੀਗਾ ਐਕਸਾਈਜ਼, ਜਿਹੜਾ ਤੁਸੀਂ ਵਧਾ ਕੇ 17% ਡੀਜ਼ਲ ਤੇ ਕਰਤਾ ਸੀ, ਪੈਟਰੋਲ ਤੇ 37% ਕਰਤਾ ਸੀ। ਉਦੋਂ ਤੁਹਾਡੀ ਗਵਰਨਰ ਨਾਲ ਤਕਰਾਰ ਸੀ। ਦੂਸਰੀ ਚੀਜ਼ ਮੈਂ ਇੱਕ ਚੀਜ਼ ਇਹਨਾਂ ਨੂੰ ਹੋਰ ਦੱਸਣਾ ਚਾਹ ਰਿਹਾ ਕਿ ਗਵਰਨਰ ਸਾਹਿਬ ਨੂੰ ਇਨਫੋਰਮੇਸ਼ਨ ਦਾ ਲੈਣ ਦਾ ਅਧਿਕਾਰ ਹੈ, ਸੁਪਰੀਮ ਕੋਰਟ ਨੇ ਕਲੀਅਰ ਕਿਹਾ ਹੈ, ਪਰੰਤੂ ਜਿਹੜੀ ਕਾਉਂਸਲ ਆਫ ਮਿਨਿਸਟਰਸ ਦੇ ਡਿਸੀਜਨਸ ਹੈ ਉਹਨਾਂ ਤੇ ਕੁਐਸਚਨ ਚੁੱਕਣ ਦਾ ਅਧਿਕਾਰ ਨਹੀਂ ਹੈ। ਗਵਰਨਰ ਸਾਹਿਬ ਨੂੰ ਕਾਉਂਸਲ ਆਫ ਮਿਨਿਸਟਰ ਦੀ ਐਕਟ ਐਂਡ ਐਡਵਾਈਸ ਤੇ ਕੰਮ ਕਰਨਾ ਪੈਣਾ। 10 ਚਿੱਠੀਆਂ ਲਿਖ ਦਿੱਤੀਆਂ, ਇੱਕ ਦਾ ਵੀ ਜਵਾਬ ਨਹੀਂ ਆਇਆ। ਕਿਹੜਾ ਕਾਉਂਸਲ ਇੱਕ ਫੈਸਲਾ ਲੈ ਚੁੱਕੀ ਹੈ। ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਖੜਿਆਲ ਸਾਹਿਬ ਅੱਜ ਵੀ ਇੱਕ ਗੱਲ ਨੂੰ ਟਵਿਸਟ ਕਰ ਗਏ, ਕਹਿੰਦੇ ਜੀ ਇਹ ਕਿੱਥੇ ਆ ਇਨਫੋਰਮੇਸ਼ਨ ਟੀਚਰ ਟ੍ਰੇਨਿੰਗ ਦੀ 26/12/2022 SCERT ਦੀ ਤੁਸੀਂ ਸਾਈਟ ਚੱਕ ਲਓ, ਉਸ ਤੇ ਪੂਰੀ ਡਿਟੇਲ ਆ ਗਈ ਸੀ। ਗਵਰਨਰ ਸਾਹਿਬ ਨੇ ਮਾਰਚ 'ਚ ਜਾ ਕੇ ਗੱਲ ਕੀਤੀ ਸੀ। ਮੈਂ ਤੁਹਾਨੂੰ ਇਹ ਕਲੀਅਰ ਦੱਸਦਾ, ਅਗਰ ਕਹੋ ਤਾਂ ਮੈਂ ਡਿਟੇਲ ਵੀ ਦੇ ਸਕਦਾ ਗੌਰਵ ਜੀ, ਮੇਰੇ ਕੋਲੇ ਸਾਰੀ ਪਈ ਹੈ 26/12/2022, ਕਿਉਂਕਿ ਇਹ ਉਸ ਚੀਜ਼ ਨੂੰ ਇਗਨੋਰ ਕਰਕੇ ਜਾਣਬੁੱਝ ਕੇ ਇਹਨਾਂ ਨੂੰ ਅਕਾਲੀ ਦਲ ਨੂੰ ਲੱਗ ਰਿਹਾ ਕਿ ਇਹ ਪੂਰੀ ਸਥਿਤੀ ਦੀ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਤੇ ਜਦੋਂ ਸਰਕਾਰਾਂ ਦੀ ਤਕਰਾਰ ਰਹਿੰਦੀ ਹੈ। FIR ਦਾ ਕੀ ਬਣਿਆ? ਤੁਸੀਂ ਪਾਸੀ ਸਾਹਿਬ FIR ਦਾ ਕੀ ਬਣਿਆ? ਅਕਾਲੀ ਦਲ FIR ਦਾ ਕੀ ਬਣਿਆ? ਪਾਸੀ ਸਾਹਿਬ ਜਾਂਦੀਆਂ ਸੀ ਪਾਸੀ ਸਾਹਿਬ FIR ਦਾ ਕੀ ਬਣਿਆ? ਕੀ ਕਰਕੇ ਸਰ ਕੀ ਕਰਕੇ ਲੋਕਾਂ ਤੱਕ ਗੱਲ FIR ਦਾ ਕੀ ਬਣਿਆ? FIR ਦਾ ਕੀ ਬਣਿਆ? ਠੀਕ ਹੈ ਤੁਸੀਂ ਦੱਸੋ FIR ਦਾ ਕੀ ਬਣਿਆ? FIR ਦਾ ਕੀ ਬਣਿਆ ਸੀ? FIR ਦਾ ਕੀ ਬਣਿਆ ਦੱਸ ਦਿਓ। ਇੱਕ ਕਰਕੇ ਸਰ ਲੋਕਾਂ ਤੱਕ ਗੱਲ ਨਹੀਂ ਪਹੁੰਚੇਗੀ। ਕਲੀਅਰ ਸਾਹਿਬ ਥੋੜੇ ਵੇਟ ਕਰੋ, ਮੈਂ ਕਨਕਲੂਡ ਕਰ ਰਿਹਾ, ਉਸ ਤੋਂ ਪਹਿਲਾਂ ਮੈਂ ਜਵਾਬ ਲਵਾਂਗਾ। ਥੋੜੇ ਵੇਟ ਕਰਿਓ, ਇੱਕ ਸੈਕਿੰਡ ਵੇਟ ਕਰੋ। ਠੀਕ ਹੈ ਕਲੀਅਰ ਸਾਹਿਬ ਵੇਟ ਕਰਿਓ ਪਲੀਜ਼, ਥੋੜੇ ਵੇਟ ਕਰਿਓ, ਛੋਟਾ ਜਿਹਾ ਜਵਾਬ ਦੇ ਦਿਓ ਪਾਸੀ ਸਾਹਿਬ। ਉਹ ਕਹਿ ਰਹੇ ਕਿ ਆਪਰੇਸ਼ਨ ਲੋਟਸ, ਮੈਨੂੰ ਲੱਗਦਾ ਹੁਣ ਤੱਕ ਨਾਮ ਸਕਿਪ ਕਰ ਰਹੇ ਸੀ, ਆਪਰੇਸ਼ਨ ਲੋਟਸ ਬਾਰੇ ਜਵਾਬ ਦੇ ਦਿਓ। ਇਹਦੇ ਬਾਰੇ ਇੱਥੋਂ ਹੀ ਪੂਰੀ ਤਕਰਾਰ ਸ਼ੁਰੂ ਹੋਈ ਹੈ। ਤੁਸੀਂ ਡਿਟੇਲ ਲੈ ਸਕਦੇ ਹੋ, ਡੀਜੀਪੀ ਸਾਹਿਬ ਦੇ ਇਨਕੁਆਇਰੀ ਹੈ। ਔਰ ਇੱਕ ਚੀਜ਼ ਤੁਸੀਂ ਸਰਕਾਰ ਦੇ ਪ੍ਰਵਕਤਾ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਮਸਲਾ ਪੁਲਿਸ ਕੋਲੇ ਇਨਵੈਸਟੀਗੇਸ਼ਨ 'ਚ ਹੋਵੇ ਉਹਦੇ 'ਚ ਤੁਸੀਂ ਜਿਹੜਾ ਹੈ ਕਿਸੇ ਵੀ ਪਾਰਟੀ ਦਾ ਪ੍ਰਵਕਤਾ ਡਿਟੇਲ ਨਹੀਂ ਦੇ ਸਕਦਾ। ਕੋਈ ਨਹੀਂ, ਤੁਸੀਂ ਇੱਕ ਚੀਜ਼ ਦੱਸੋ, ਜੇ ਮੈਂ ਗੱਲਾਂ ਲੋਕਾਂ ਤੱਕ ਗੱਲ ਪਹੁੰਚੇ ਸਰ, ਲੋਕਾਂ ਤੱਕ ਗੱਲ ਪਹੁੰਚੇ ਪਲੀਜ਼, ਮੈਂ ਰਿਕੁਐਸਟ ਕਰ ਰਿਹਾ ਲੋਕਾਂ ਤੱਕ ਗੱਲ ਪਹੁੰਚੇ। ਪੂਰਾ ਕਾਂਡ ਕਿੰਨੇ ਸਾਲ ਠੀਕ ਹੈ ਕੀ ਹੋਇਆ ਤੁਸੀਂ ਦੱਸੋ। ਬਿਲਕੁਲ ਚਲਾਨ ਪੇਸ਼ ਹੋ ਰਹੇ हैं, सच क्लियर निकल रहे हैं। एक सेकंड रुकिए, छोटा सा जवाब लेना है। खड़ियाल साहब कुछ कहना चाह रहे हैं, आप कंक्लूड करना है। पासी साहब कलेर जी थोड़ी वेट करो, नहीं समझ आऊंगा सर प्लीज। पासी साहब थोड़ी वेट करो प्लीज। खड़ियाल साहब कुछ कहना चाह रहे हैं, अपने वाइंड अप करना है, पर उस तो पहले खड़ियाल साहब बहुत छोटी स्टेटमेंट 10 सेकंड ही दे पाऊंगा। मैं भी कुछ कहना चाहना, मैं आ रहा जयपाल जी ਤੁਹਾਡੇ ਕੋਲ ਵੀ ਆਵਾਂਗਾ। ਅੱਜ ਆਮ ਆਦਮੀ ਪਾਰਟੀ ਨੇ ਇੱਥੇ ਐਡਮਿਟ ਕਰ ਲਈ ਆਪਣੀ ਗਲਤੀ। ਵੈਬਸਾਈਟ ਤੇ ਕਹਿੰਦੇ ਅਸੀਂ ਇਨਫੋਰਮੇਸ਼ਨ ਫਰਨਿਸ਼ ਪਹਿਲੇ ਕਰ ਰੱਖੀ ਸੀਗੀ। ਸਰ ਜੇ ਗਵਰਨਰ ਸਾਹਿਬ ਨੇ ਸਵਾਲ ਪੁੱਛ ਲਿਆ ਤੇ ਇਹ ਜਿਹੜੀ ਚੀਜ਼ ਡਿਬੇਟ ਤੇ ਕਹਿ ਰਹੇ ਹੋ ਇਹ ਲਿਖ ਕੇ ਭੇਜੀ ਕਿਉਂ ਨਹੀਂ? ਉਲੰਘਣਾ ਹੋ ਗਈ ਨਾ। ਦੂਜੀ ਪਾਰਟੀਆਂ ਦੀ ਗੱਲ ਕਰਕੇ, ਪੁਰਾਣੀਆਂ ਗੱਲਾਂ ਕਰਕੇ ਜੇ ਇਸ ਇਸ਼ੂ ਦਾ ਸਮਾਧਾਨ ਮਿਲਦਾ ਤਾਂ ਕਰ ਲਓ, ਜੇ ਨਹੀਂ ਮਿਲਦਾ ਤਾਂ ਆਪਦੀ ਡਿਊਟੀ ਸਮਝੋ ਤੇ ਇੰਪਲੀਮੈਂਟ ਕਰਨਾ ਸ਼ੁਰੂ ਕਰੋ। ਠੀਕ ਹੈ ਜੈਬਾਨ ਜੀ। हाँ, मेरा फाइनल कमेंट ये है जी कि ਅੱਜ ਦੇ ਦਿਨ ਦੇ ਵਿੱਚ ਪਤਾ ਲੱਗ ਗਿਆ, ਪਾਸੀ ਸਾਹਿਬ ਨੇ ਵੀ ਇਹ ਅੰਡਰਸਟੈਂਡ ਕਰ ਲਿਆ ਹੈ ਕਿ ਜਿਸ ਤਰੀਕੇ ਦੇ ਨਾਲ ਸੀਐਮ ਭਗਵੰਤ ਮਾਨ ਬਿਹੇਵ ਕਰ ਰਹੇ ਨੇ ਤੇ ਜਿਸ ਤਰੀਕੇ ਨਾਲ ਇਹ ਨੈਗੇਟਿਵਿਟੀ ਫੈਲਾ ਰਹੇ ਨੇ ਤੇ ਅਨਨੈਸੈਸਰਲੀ ਇਹ ਲੜਾਈਆਂ ਕਰ ਰਹੇ ਨੇ ਗਵਰਨਰ ਦੇ ਨਾਲ, ਉਹ ਬੰਦ ਕਰਕੇ ਇਹਨਾਂ ਨੂੰ ਆਪਣੇ ਜਿਹੜੇ ਮੁੱਦੇ ਨੇ ਉਹਨਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਗਵਰਨਰ ਕੋਲੋਂ ਪੁੱਛੇ ਹੋਏ ਕੁਐਸਚਨ ਜਿਹੜੇ ਨੇ ਜੋ ਕਿ ਜਨਤਾ ਦੇ ਵੱਲੋਂ ਉਹਨਾਂ ਕੋਲੋਂ ਪੁੱਛੇ ਜਾਂਦੇ ਨੇ ਉਹਨਾਂ ਦਾ ਇਮਾਨਦਾਰੀ ਦੇ ਨਾਲ ਜਵਾਬ ਦੇਣਾ ਚਾਹੀਦਾ ਹੈ। ਸਾਡੇ ਵੀ ਕਿਸੇ ਕੁਐਸਚਨ ਦਾ ਜਵਾਬ ਨਹੀਂ ਦਿੱਤਾ, ਜਦੋਂ ਇਹ ਫਸ ਜਾਂਦੇ ਨੇ ਉਦੋਂ ਦੂਸਰੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ। ਆਪਾਂ ਕੰਕਲੂਡ ਕਰਨਾ ਸਰ, ਮੈਂ ਜਵਾਬ ਦੇਣਾ ਪਾਸੀ ਸਾਹਿਬ 10 ਸੈਕਿੰਡ ਦੇ ਇਹਨਾਂ ਨੂੰ ਆਪਣੇ ਆਪ ਨੂੰ ਠੀਕ ਕਰਨਾ ਚਾਹੀਦਾ ਹੈ। ਅਗਰ ਕਿਸੇ ਨੇ ਗਲਤੀਆਂ ਕੀਤੀਆਂ ਨੇ ਉਦੋਂ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ। ਇਗਨੋਰ ਕਰ ਰਹੇ ਹਾਂ, ਪਰੰਤੂ ਜੋ ਗਵਰਨਰ ਸਾਹਿਬ ਵਿਰੋਧੀ ਧਿਰਾਂ ਦਾ ਚਿਹਰਾ ਬਣ ਰਹੇ ਹਨ, ਜੋ ਗਵਰਨਰ ਸਾਹਿਬ ਐਜ਼ ਅ ਗਵਰਨਰ ਐਕਟ ਨਾ ਕਰਕੇ ਜਿਹੜਾ ਕਨਸਟੀਟਿਊਸ਼ਨ ਦੀ ਜਿਹੜੀ ਫੈਡਰਲਿਜ਼ਮ ਦੀ ਪਰਿਭਾਸ਼ਾ ਹੈ ਉਹਨੂੰ ਜਿਹੜਾ ਨੁਕਸਾਨ ਪਹੁੰਚਾਉਣਾ ਚਾਹ ਰਹੇ ਹਨ, ਜੋ ਗਵਰਨਰ ਸਾਹਿਬ ਇੱਕ ਚੁਣੀ ਹੋਈ ਸਰਕਾਰ ਨੂੰ ਗਵਰਨਰ ਸਾਹਿਬ ਤਾਂ ਕਦੇ ਮੈਂ ਕੰਕਲੂਡ ਕਰਾਂ ਇੱਕ ਛੋਟਾ ਜਿਹਾ ਪਾਸੀ ਸਾਹਿਬ ਮੁੱਕੇਗਾ ਕਿਵੇਂ ਇਹ ਪੂਰਾ ਗਵਰਨਰ ਔਰ ਸੀਐਮ ਦੇ ਵਿਚਾਲੇ ਤਕਰਾਰ ਮੁੱਕੇਗੀ ਕਿਵੇਂ? ਲੋਕਾਂ ਨੂੰ ਇਹ ਸਮਝਾ ਦਿਓ। ਮੈਂ ਤਾਂ ਜੈਬਾਨ ਜੀ ਨੂੰ ਵੀ ਪੁੱਛ ਲਿਆ, ਉਹ ਕਹਿੰਦੇ ਰਿਸਪੌਂਸਿਬਲ ਤੁਸੀਂ ਹੋ ਟੋਟਲੀ। ਹੁਣ ਤੁਸੀਂ ਦੱਸ ਦਿਓ ਕਿ ਇਹ ਮੁੱਕਣ ਦਾ ਕੋਈ ਹੈ
ਹਿੱਲਾ ਵਸੀਲਾ ਨਜ਼ਰ ਆਉਂਦਾ ਹੋਵੇ ਕਿ ਹਾਂ ਇਹ ਖਤਮ ਹੋ ਜਾਏਗੀ ਤਕਰਾਰ? ਦੇਖੋ ਵਿਰੋਧੀ ਧਿਰਾਂ ਨੇ ਤਾਂ ਹਰ ਵਾਰੀ ਗੱਲ ਆਮ ਆਦਮੀ ਪਾਰਟੀ ਦੇ ਹੀ ਖਿਲਾਫ ਕਰਨੀ ਹੁੰਦੀ ਹੈ, ਚਾਹੇ ਆਮ ਆਦਮੀ ਪਾਰਟੀ ਸਹੀ ਸੱਤਾ ਹੋਵੇ। ਸਰ, ਤੁਸੀਂ ਸੱਤਾ ਜੋ ਤੁਹਾਡੇ ਉੱਪਰ ਹੀ ਆਈ। ਦੂਸਰੀ ਚੀਜ਼ ਇਹਦੇ ਮੁੱਕਣ ਦਾ ਇੱਕ ਗਲਤੀਆਂ ਹੀ ਤਰੀਕਾ ਹੈ, ਐਡੀਆਂ ਕਰਦੇ ਗਵਰਨਰ ਪਾਰਟੀ ਸਾਹਿਬ ਸਾਹਿਬ, ਆਪਣੀ ਤੁਸੀਂ ਗਵਰਨਰ ਗਲਤੀਆਂ ਹੀ ਐਡੀਆਂ ਕਰਦੇ ਹੋ, ਤੁਹਾਡੇ ਦੀ ਖਿਲਾਫ ਰੋਜ਼ ਭਾਸ਼ਾ ਨੂੰ ਬੋਲਣਾ ਸਮਝਣ। ਪੈ ਜਾਂਦਾ ਹੁਣ ਹੈ। ਤੁਸੀਂ ਇੱਕ ਚੀਜ਼ ਨੋਟ ਅਗਰ ਕਰੋ, ਕੋਈ ਚੱਜ ਜਦੋਂ ਦੀ ਪੰਜਾਬ ਗੱਲ ਯੂਨੀਵਰਸਿਟੀ ਦੀ ਕਰੋ ਗੱਲ ਤੇ ਹੋਈ ਸੀ, ਸਾਨੂੰ ਗਵਰਨਰ ਸਾਹਿਬ ਤਾਂ ਪੰਜਾਬ ਦੇ ਆ, ਉਹ ਸਿਫਾਰਿਸ਼ ਕਰ ਰਹੇ ਸੀ ਕਿ ਐਫੀਲੀਏਟ ਕਰ ਦਿਓ ਕਾਲਜਿਸ ਨੂੰ, 20% ਸ਼ੇਅਰ ਦੇ ਦਿਓ, ਜਦ ਕਿ ਸਾਡੇ ਤਾਂ ਹਰਿਆਣਾ ਵੀ ਸਾਡਾ ਪਿਆਰਾ ਪੜੋਸੀ ਆ, ਸਾਡਾ ਛੋਟਾ ਭਰਾ ਹੈ, ਉਹਨਾਂ ਦੇ 35% ਬੱਚੇ ਇੱਥੇ ਪੜ੍ਹਦੇ ਆ। ਉਦੋਂ ਗਵਰਨਰ ਸਾਹਿਬ ਦਾ ਰੋਲ ਕੀ ਸੀ? ਪੰਜਾਬ ਦੇ ਗਵਰਨਰ ਸੀ ਉਹ, ਪੰਜਾਬ ਦੇ ਹੱਕ ਦੀ ਗੱਲ ਕਰਨ ਦੀ ਬਜਾਏ, ਔਰ ਵਿਰੋਧੀ ਧਿਰਾਂ ਗਵਰਨਰ ਸਾਹਿਬ ਦੀ ਹਾਂ ਚ ਹਾਂ ਮਿਲਾ ਕੇ ਪੰਜਾਬ ਦੇ ਹੱਕਾਂ ਨੂੰ ਨੁਕਸਾਨ ਚਲੋ ਸ਼ੁਕਰੀਆ ਪਾਸੀ ਸਾਹਿਬ, ਬਹੁਤ ਬਹੁਤ ਧੰਨਵਾਦ। ਖੜਿਆਲ ਜੀ ਲਾਸਟ ਕਮੈਂਟ ਲਈ ਨਹੀਂ ਆ ਪਾਉਂਗਾ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਜੈਪਾਲ ਜੀ ਤੁਹਾਡਾ ਵੀ, ਕਲੇਟ ਸਾਹਿਬ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ।